ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਕੁਝ ਕੁ ਸੁਰਖੀਆਂ ਦੇ ਨਾਲ ਆਪਣੀ ਗੱਲ ਸ਼ੁਰੂ ਕਰਾਂਗੇ ਔਰ ਉਸ ਤੋਂ ਬਾਅਦ ਸਾਡਾ ਅੱਜ ਦਾ ਵਿਸ਼ਾ ਹੈ ਅਜਨਾਲਾ। ਉਸ ਦੇ ਕੋਲ ਪਿੰਡ ਵਿੱਚ ਇੱਕ ਖੂਹ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਨਸਾਨੀ ਪਿੰਜਰ ਮਿਲੇ ਹਨ। ਉਸ ਖੂਹ ਦੇ ਵਿੱਚ ਇਤਨੀ ਵੱਡੀ ਗਿਣਤੀ ਦੇ ਵਿੱਚ ਪਿੰਜਰ ਮਿਲਣਾ ਔਰ ਉਸ ਦੇ ਨਾਲ ਹੀ ਕਾਫੀ ਸਿੱਕੇ ਵੀ ਹੋਰ ਕਈ ਚੀਜ਼ਾਂ ਉੱਥੋਂ ਪ੍ਰਾਪਤ ਹੋਈਆਂ ਹਨ ਔਰ ਇਹ ਮੰਨਿਆ ਜਾਂਦਾ ਹੈ, ਇਸ ਨੂੰ ਕੋਈ ਇਨਕਾਰ ਵੀ ਨਹੀਂ ਕਰ ਰਿਹਾ, ਜਿਸ ਦੇ ਦਸਤਾਵੇਜ਼ ਵੀ ਮੌਜੂਦ ਹਨ ਕਿ 1857 ਦੇ ਗਦਰ ਦੇ ਬਾਅਦ ਜਿਹੜੀਆਂ ਪੂਰਬੀਆ ਫੋਰਸਿਸ ਪੰਜਾਬ ਦੇ ਵਿੱਚ ਤੈਨਾਤ ਸਨ, ਉਹਨਾਂ ਨੇ ਬਗਾਵਤ ਕੀਤੀ ਸੀ। ਉਹਨਾਂ ਸਿਪਾਹੀ ਮਿਊਟਨੀ ਮੂਵਮੈਂਟ ਦੇ ਵਿੱਚ ਉਹਨਾਂ ਨੇ ਬਗਾਵਤ ਕੀਤੀ ਔਰ ਉਸ ਤੋਂ ਬਾਅਦ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਨੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਸਿਪਾਹੀ ਜਿਹੜੇ ਪਹਿਲਾਂ ਅੰਗਰੇਜ਼ਾਂ ਦੇ ਨਾਲ ਸਨ, ਉਹਨਾਂ ਦਾ ਸਾਥ ਦਿੱਤਾ ਔਰ ਬਾਅਦ ਵਿੱਚ 1857 ਦੇ ਵਿੱਚ ਇਹਨਾਂ ਨੇ ਬਗਾਵਤ ਕੀਤੀ। ਫਰੈਡਰਿਕ ਕੂਪਰ ਨੇ ਨਾ ਕੇਵਲ ਪੰਜਾਬ ਦੇ ਵਿੱਚ ਬਲਕਿ ਇੱਕ ਹੋਰ ਇਸ ਤਰ੍ਹਾਂ ਦਾ ਹਾਦਸਾ ਕਾਨਪੁਰ ਦੇ ਵਿੱਚ ਵੀ ਹੋਇਆ। ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੁਣ ਇਹ ਜਿਹੜੀ ਡਿਸਕਵਰੀ ਹੋਈ ਹੈ, ਇਸ ਦੇ ਬਾਰੇ ਅਸੀਂ ਇਤਿਹਾਸਕ ਪੱਖੋਂ ਅਤੇ ਹੋਰ ਕਈ ਇਸ ਦੇ ਆਪਣੇ ਪੱਖ ਹਨ ਜਿਨ੍ਹਾਂ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਆਪਣੇ ਮਹਿਮਾਨ ਜਿਹੜੇ ਇਤਿਹਾਸਕਾਰ ਹੋਣ, ਜਿਹੜੇ ਇਸ ਦੇ ਬਾਰੇ ਵੱਖ-ਵੱਖ ਪੱਖਾਂ ਤੋਂ ਸਾਨੂੰ ਜਾਣੂ ਕਰਾ ਸਕਣ, ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਏ। ਪਰ ਪਹਿਲਾਂ ਅਸੀਂ ਕੁਝ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗੇ। ਬੋਧ ਗਿਆ ਦੇ ਵਿੱਚ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਔਰ ਜਿਸ ਦਰਖਤ ਦੇ ਥੱਲੇ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਉਹ ਉਸ ਦਰਖਤ ਨੂੰ ਬੋਧੀ ਟਰੀ ਕਿਹਾ ਜਾਂਦਾ ਹੈ ਔਰ ਕਿਉਂਕਿ ਉਸ ਦਰਖਤ ਦੇ ਥੱਲੇ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ, ਉਸ ਦੀ ਬਹੁਤ ਹੀ ਮਾਨਤਾ ਹੈ, ਉਸ ਨੂੰ ਬਹੁਤ ਹੀ ਸਤਿਕਾਰ ਦੇ ਨਾਲ ਵੇਖਿਆ ਜਾਂਦਾ ਹੈ। ਉਸ ਦਰਖਤ ਦੀਆਂ ਕਈ ਸੇਪਲਿੰਗਸ ਲੈ ਕੇ ਉਹਦੇ ਵਿੱਚੋਂ ਕਈ ਸ਼ਾਖਾ ਕਈ ਜਗ੍ਹਾ ਦੇ ਉੱਤੇ ਲਗਾਈਆਂ ਗਈਆਂ। ਖਾਸ ਕਰਕੇ ਉਸ ਸਥਾਨ ਦਾ ਝਗੜਾ ਵੀ ਚੱਲਿਆ ਕਿਉਂਕਿ ਬ੍ਰਾਹਮਣ ਮੰਨਦੇ ਸਨ ਕਿ ਮਹਾਤਮਾ ਬੁੱਧ ਵਿਸ਼ਨੂੰ ਦੇ ਅਵਤਾਰ ਹਨ ਔਰ ਇੱਕ ਹਿੰਦੂ ਅਵਤਾਰ ਹਨ। ਇਸ ਕਰਕੇ ਉਸ ਸਥਾਨ ਦੇ ਉੱਤੇ ਬ੍ਰਾਹਮਣ ਆਪਣਾ ਕਬਜ਼ਾ ਜਾਰੀ ਰੱਖਣਾ ਚਾਹੁੰਦੇ ਸਨ, ਜਿਸ ਦਾ ਬੋਧੀ ਵਿਰੋਧ ਕਰਦੇ ਸਨ। ਇਤਿਹਾਸ ਵਿੱਚ ਜ਼ਿਕਰ ਹੈ ਕਿ ਉਹਨਾਂ ਨੇ ਉਸ ਬੋਧੀ ਵਿਰਕਸ਼ ਨੂੰ ਹੀ ਜਲਾ ਦਿੱਤਾ। ਬਾਅਦ ਵਿੱਚ ਉਸ ਬੋਧੀ ਵਿਰਕਸ਼ ਦੀਆਂ ਉਸ ਦੇ ਵਿੱਚੋਂ ਸੜੇ ਹੋਏ ਦਰਖਤ ਦੇ ਵਿੱਚੋਂ ਵੀ ਉਸ ਦੇ ਬੀਜ, ਕਿਉਂਕਿ ਉਹ ਬੋੜ ਦਾ ਦਰਖਤ ਸੀ, ਬੀਜ ਉਸ ਦੇ ਗਿਰਦੇ ਹਨ, ਉਹਨਾਂ ਦੇ ਵਿੱਚੋਂ ਉਸ ਨੂੰ ਫਿਰ ਸੁਰਜੀਤ ਕੀਤਾ ਗਿਆ ਔਰ ਉਹ ਦੁਬਾਰਾ ਦਰਖਤ ਫਿਰ ਆਪਣੇ ਰੂਪ ਵਿੱਚ ਆਇਆ ਔਰ ਉਸ ਦੇ ਬਾਅਦ ਇਸ ਦਰਖਤ ਦੀਆਂ ਲੈ ਕੇ ਉਹਦੇ ਵਿੱਚੋਂ ਉਸ ਦੇ ਹਿੱਸੇ ਲੈ ਕੇ ਕਲਮਾਂ ਲੈ ਕੇ ਸ੍ਰੀਲੰਕਾ ਦੇ ਵਿੱਚ ਵੀ ਲਗਾਈਆਂ ਗਈਆਂ। ਹੁਣ ਭਾਰਤ ਸਰਕਾਰ ਵੱਲੋਂ ਉਸ ਪਵਿੱਤਰ ਬੋਧੀ ਵਿਰਕਸ਼ ਦੀਆਂ, ਬੋਧੀ ਟਰੀ ਦੀਆਂ, ਉਹਦੀਆਂ ਕਲਮਾਂ ਲੈ ਕੇ ਇੱਕ ਬੂਟਾ, ਉਸ ਦਾ ਇੱਕ ਛੋਟਾ ਬੂਟਾ ਸਾਊਥ ਕੋਰੀਆ ਦੇ ਰਾਸ਼ਟਰਪਤੀ ਨੂੰ ਭੇਟ ਕੀਤਾ ਗਿਆ। ਭਾਰਤ ਦੇ ਐਂਬੈਸਡਰ ਵੱਲੋਂ ਸਿਓਲ ਦੇ ਵਿੱਚ
ਉਹ ਬੂਟਾ ਉੱਥੋਂ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ, ਕਿਉਂਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੇ ਸਾਊਥ ਕੋਰੀਆ ਦੇ ਰਾਸ਼ਟਰਪਤੀ ਨੂੰ ਇਹ ਕਿਹਾ ਸੀ ਕਿ ਉਹ ਇਹ ਬੂਟਾ, ਇਸ ਦੀ ਸੈਪਲਿੰਗ, ਇਸ ਦੀ ਕਲਮ ਉਹ ਭੇਟ ਕਰਨਾ ਚਾਹੁੰਦੇ ਹਨ। ਸਾਊਥ ਕੋਰੀਆ ਜਿਸ ਦੀ ਕੁੱਲ ਆਬਾਦੀ 5 ਕਰੋੜ ਹੈ, ਪਰ 1/4 ਬੋਧੀ ਹਨ ਔਰ ਕੁਦਰਤੀ ਤੌਰ ਦੇ ਉੱਤੇ ਉਹਨਾਂ ਨੂੰ ਇਸ ਦਰਖਤ ਦੇ ਨਾਲ ਕਾਫੀ ਲਗਾਵ ਵੀ ਹੈ। ਸੋ ਇਹ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਉਸ ਸੈਂਕੜੇ ਸਾਲ, ਤਕਰੀਬਨ 2500 ਸਾਲ ਪੁਰਾਣੇ ਦਰਖਤ ਨੂੰ ਸੁਰਜੀਤ ਕੀਤਾ ਜਾ ਸਕਦਾ ਹੈ, ਗੁਰੂ ਤੇਗ ਬਹਾਦਰ ਜੀ ਨੂੰ ਜਿਸ ਬੋਹੜ ਦੇ ਦਰਖਤ ਥੱਲੇ ਸ਼ਹੀਦ ਕੀਤਾ ਗਿਆ ਸੀ, ਉਹ ਦਰਖਤ ਅਸੀਂ ਖੁਦ ਹੀ ਆਪਣੇ ਹੱਥਾਂ ਦੇ ਨਾਲ ਕੱਟ ਦਿੱਤਾ ਔਰ ਉੱਥੇ ਖਾਲੀ ਉਹਦਾ ਟੁਕੜਾ ਪਿਆ ਹੈ ਤਣੇ ਦਾ, ਔਰ ਉਸ ਦੇ ਉੱਤੇ ਲਿਖਿਆ ਹੈ ਕਿ ਇਸ ਦਰਖਤ ਦੇ ਥੱਲੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਕਿਸੇ ਤਣੇ ਨੂੰ ਦਰਖਤ ਕਹਿਣਾ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਮਾਰਕੇ ਵਾਲੀ ਗੱਲ ਹੈ। ਲੋੜ ਹੈ ਜਿਹੜੇ ਵੀ ਇਤਿਹਾਸਕ ਦਰਖਤ ਹਨ, ਭਾਵੇਂ ਉਹ ਦੁਖਪੰਜਨੀ ਬੇਰੀ ਹੈ, ਬਾਬੇ ਦੀ ਬੇਰ ਹੈ, ਜਾਂ ਰੀਠਾ ਸਾਹਿਬ ਹੈ, ਜਾਂ ਨਨਕਾਣਾ ਸਾਹਿਬ ਦੇ ਵਿੱਚ ਜੰਡ ਹੈ, ਜਿੰਨੇ ਇਤਿਹਾਸਕ ਦਰਖਤ ਹਨ, ਕੀ ਐਸਾ ਨਹੀਂ ਹੋ ਸਕਦਾ ਇਹਨਾਂ ਸਾਰੀਆਂ ਦੀਆਂ ਕਲਮਾਂ ਲੈ ਕੇ ਇੱਕ ਇਤਿਹਾਸਕ ਬਾਗ, ਗੁਰੂ ਕਾ ਬਾਗ ਤਿਆਰ ਕੀਤਾ ਜਾਏ, ਉਹ ਸਾਰੀਆਂ ਕਲਮਾਂ ਦੇ ਨਾਲ ਜਿਨ੍ਹਾਂ ਦੇ ਵਿੱਚ ਸਾਰੇ ਇਤਿਹਾਸਕ ਦਰਖਤਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੈ ਜਾਂ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਯੋਗਦਾਨ ਹੈ, ਇਤਿਹਾਸ ਵਿੱਚ ਜ਼ਿਕਰ ਹੈ, ਉਹਨਾਂ ਨੂੰ ਸਾਂਭਿਆ ਜਾ ਸਕੇ। ਇਸ ਤੋਂ ਅਗਲੀ ਛੋਟੀ ਜੀ ਸੁਰਖੀ ਹੈ, ਦਿੱਲੀ ਸਰਕਾਰ ਨੇ, ਜਦੋਂ ਕੇਜਰੀਵਾਲ ਦੀ ਸਰਕਾਰ ਸੀ, ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਚੋ ਕੇ ਦਿੱਲੀ ਸਰਕਾਰ ਨੇ, CBI ਨੇ 237 FIR ਫਸਟ ਇਨਫੋਰਮੇਸ਼ਨ ਰਿਪੋਰਟ ਜਿਹੜੇ ਦਿੱਲੀ ਦੇ ਕਤਲੇਆਮ ਬਾਰੇ ਸਨ, ਉਹ ਬੰਦ ਕਰ ਦਿੱਤੀਆਂ ਸੀ, ਕਲੋਜ਼ ਕਰ ਦਿੱਤੀਆਂ ਸੀ। ਮਗਰ ਕੇਜਰੀਵਾਲ ਦੀ ਜਦੋਂ ਸਰਕਾਰ ਕੁਝ ਦਿਨਾਂ ਲਈ ਆਈ, ਉਹਨਾਂ ਨੇ ਇੱਕ SIT ਦਾ ਗਠਨ ਕਰਨ ਦੀ ਸਿਫਾਰਿਸ਼ ਕੀਤੀ ਔਰ ਇਹ ਸਿਫਾਰਿਸ਼ ਕੀਤੀ ਕਿ ਇਹ ਕੇਸ ਮੁੜ ਖੋਲ੍ਹੇ ਜਾਣ, ਔਰ ਉਮੀਦ ਹੈ ਕਿ ਇਸ ਪਾਸੇ ਕਾਫੀ ਪੇਸ਼ਕਦਮੀ ਵੀ ਹੋਈ ਹੈ ਔਰ ਕਾਫੀ ਕਾਰਵਾਈ ਵੀ ਹੋਏਗੀ। ਦੂਸਰੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਅਸੈਂਬਲੀ ਦੇ ਵਿੱਚ ਇਹ ਮੰਗ ਕੀਤੀ ਹੈ ਕਿ ਦਿੱਲੀ ਦੇ ਕਤਲੇਆਮ ਲਈ ਸੁਪਰੀਮ ਕੋਰਟ ਦੇ ਇੱਕ ਜੱਜ ਦੀ, ਉਹਦੇ ਅਧੀਨ ਇੱਕ ਸਪੈਸ਼ਲ ਕੋਰਟ ਸਥਾਪਿਤ ਕੀਤੀ ਜਾਏ। ਇਸ ਦੇ ਉੱਤੇ ਸਰਦਾਰ HS ਫੂਲਕਾ ਜਿਹੜੇ ਕਿ ਸੀਨੀਅਰ ਐਡਵੋਕੇਟ ਹਨ ਔਰ ਉਹ ਸ਼ੁਰੂ ਤੋਂ ਹੀ ਇਹਨਾਂ ਮੁਕੱਦਮਿਆਂ ਨੂੰ ਬਾਖੂਬੀ ਲੜਦੇ ਵੀ ਰਹੇ ਹਨ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਸਪੈਸ਼ਲ ਕੋਰਟ ਹੁੰਦੀ ਹੈ, ਇਹ ਹਮੇਸ਼ਾ ਸੈਸ਼ਨ ਜੱਜ ਦੇ ਅਧੀਨ ਹੁੰਦੀ ਹੈ, ਕਦੇ ਵੀ ਸੁਪਰੀਮ ਕੋਰਟ ਦੇ ਜੱਜ ਦੇ ਅਧੀਨ ਨਹੀਂ ਹੁੰਦੀ, ਨਾ ਹੀ ਕਿਸੇ ਹਾਈ ਕੋਰਟ ਦੇ ਜੱਜ ਦੇ ਅਧੀਨ। ਦੂਸਰੀ ਗੱਲ, ਜੇ ਸਪੈਸ਼ਲ ਕੋਰਟ ਦੀ ਮੰਗ ਕੀਤੀ ਜਾ ਰਹੀ ਹੈ, ਉਹ ਕੇਵਲ 3 ਮੁਕੱਦਮਿਆਂ ਲਈ ਕੀਤੀ ਜਾ ਰਹੀ ਹੈ, ਪਰ ਜਿਹੜੇ 237 FIR ਬੰਦ ਕਰ ਦਿੱਤੀਆਂ ਗਈਆਂ, ਉਸ ਦੇ ਵਿੱਚ ਇਹਨਾਂ ਦਾ ਕੋਈ ਦਖਲ ਨਹੀਂ ਹੋਏਗਾ। ਔਰ ਜੇਕਰ ਉਹਨਾਂ ਤਿੰਨਾਂ ਦੇ ਬਾਰੇ ਵੀ ਕੋਈ ਸਪੈਸ਼ਲ ਕੋਰਟ ਬਣਾਈ ਜਾਂਦੀ ਹੈ, ਤਾਂ ਜਿਹੜੀ ਇਨਵੈਸਟੀਗੇਸ਼ਨ ਹੁਣ ਤੱਕ ਹੋ ਚੁੱਕੀ ਹੈ, ਇਹਦਾ ਮਤਲਬ ਮੁੜ ਉਸ ਦੀ ਇਨਵੈਸਟੀਗੇਸ਼ਨ ਹੋਏਗੀ ਔਰ ਇਹ ਉਹਨਾਂ ਕੇਸਾਂ ਨੂੰ, ਉਹਨਾਂ ਮੁਕੱਦਮਿਆਂ ਦੇ ਵਿੱਚ ਇੱਕ ਨੁਕਸਾਨ ਪੈਦਾ ਕਰੇਗੀ। ਉਸ ਦਾ ਲਾਭ ਨਹੀਂ ਹੋਏਗਾ, ਬਲਕਿ ਉਲਟਾ ਨੁਕਸਾਨ ਹੀ ਹੋਏਗਾ। ਸੋ ਘੱਟੋ ਘੱਟ ਆਸ ਕੀਤੀ ਜਾਂਦੀ ਹੈ ਕਿ ਐਸੇ ਕੇਸਸ ਜਿਹੜੇ ਕਿ ਬੁਨਿਆਦੀ ਕੌਮ ਦੇ ਬੁਨਿਆਦਾਂ ਦੇ ਨਾਲ ਤਲਕ ਰੱਖਦੇ ਹਨ, ਜਿਹੜੀਆਂ ਭਾਵਨਾਵਾਂ ਦੇ ਨਾਲ ਰੱਖਦੇ ਹਨ, ਘੱਟੋ ਘੱਟ ਮਿਲ ਬੈਠ ਕੇ ਸਾਂਝੇ ਤੌਰ ਦੇ ਉੱਤੇ ਇਹਨਾਂ ਬਾਰੇ ਉਪਰਾਲਾ ਹੋ ਸਕੇ। ਇਹਨਾਂ ਵਿੱਚ ਅਗਰ ਰਾਜਨੀਤੀ ਨਾ ਹੋਏ ਤਾਂ ਇਹ ਇੱਕ ਬਹੁਤ ਚੰਗਾ ਕਦਮ ਸਮਝਿਆ ਜਾਏਗਾ। ਤੀਸਰੀ ਛੋਟੀ ਜੀ ਖਬਰ ਹੈ, 13 ਤਾਰੀਖ ਨਵੇਂ ਸਾਲ ਦੀ ਆਰੰਭਤਾ ਹੈ। ਚੇਤ ਮਹੀਨੇ ਦੀ
पहली तारीख और श्री अकाल तख्त साहब दे जथेदार ਗਿਆਨੀ ਗੁਰਬਚਨ ਸਿੰਘ ਜੀ ਨੇ 2014-2015 ਦਾ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਔਰ ਉਹਨਾਂ ਦਾ ਇਹ ਕਹਿਣਾ ਨਾਲ ਇਹ ਵੀ ਕਿਹਾ ਹੈ ਕਿ ਇਸ ਕੈਲੰਡਰ ਦੇ ਵਿੱਚ ਹੋਰ ਸੋਧਾਂ ਦੇ ਬਾਰੇ ਕਾਫੀ ਵਿਚਾਰ ਕੀਤੇ ਜਾ ਰਹੇ ਹਨ ਔਰ ਕਾਫੀ ਰਾਏ ਆ ਰਹੀਆਂ ਹਨ ਔਰ ਜਿੰਨੀ ਦੇਰ ਤੱਕ ਉਹ ਨਹੀਂ ਆ ਜਾਂਦੀਆਂ, ਉਹਨਾਂ ਤੇ ਨਿਰਣਾ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਇਹ ਜਿਹੜਾ ਸੋਧਿਆ ਹੋਇਆ ਕੈਲੰਡਰ ਹੈ ਇਹ ਲਾਗੂ ਰਹੇਗਾ ਔਰ ਇਸ ਦੇ ਮੁਤਾਬਕ ਹੀ ਸਾਰੇ ਦਿਨ ਤਿਉਹਾਰ ਤੇ ਗੁਰਪੁਰਬ ਮਨਾਏ ਜਾਣਗੇ। ਇਹ ਕੈਲੰਡਰ ਦਾ ਮਸਲਾ ਵੀ ਇੱਕ ਅਜੀਬ ਮਸਲੇ ਨੂੰ ਪੈਦਾ ਕਰ ਰਿਹਾ ਹੈ ਔਰ ਇਸ ਦੇ ਬਾਰੇ ਅਸੀਂ ਤੁਹਾਡੇ ਨਾਲ ਕਿਸੇ ਵੇਲੇ ਬਹੁਤ ਵਿਸਥਾਰ ਸਹਿਤ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮਸਲਾ ਹੈ ਕੀ, ਮੁੱਦਾ ਹੈ ਕੀ ਔਰ ਇਸ ਦਾ ਹੱਲ ਕੀ ਹੈ। ਸੋ ਇਹ ਹਨ ਕੁਝ ਸੁਰਖੀਆਂ ਅੱਜ ਦੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਥੋੜ੍ਹੀ ਦੇਰੀ ਤੱਕ ਅਸੀਂ ਕੋਸ਼ਿਸ਼ ਕਰਾਂਗੇ ਵਕਫੇ ਦੇ ਬਾਅਦ ਜੇ ਆਪਣੇ ਮਹਿਮਾਨ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ ਜਿਹੜਾ ਕਾਲਿਆਂ ਵਾਲੀ ਖੂਹ ਅਜਨਾਲਾ ਦੇ ਉਸ ਕਸਬੇ ਦਾ ਉਸ ਪਿੰਡ ਦੇ ਵਿੱਚ ਉਹ ਖੂਹ ਦੇ ਵਿੱਚੋਂ ਜਿਹੜੇ ਨਰ ਪਿੰਜਰ ਮਿਲੇ ਹਨ ਉਹਨਾਂ ਦੇ ਬਾਰੇ ਜਾਣਕਾਰੀ ਦਈਏ ਔਰ ਉਹਨਾਂ ਦੇ ਕੋਲੋਂ ਇਸ ਦੇ ਬਾਰੇ ਜਾਣਕਾਰੀ ਲਈਏ। ਸਮਾਂ ਹੈ ਇੱਕ ਵਕਫੇ ਦਾ। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. Fresh produce and grocery. Now fresh fruits, vegetables, spices, dairy products and grocery in competitive price. The whole new range ਤੁਹਾਡੀਆਂ daily needs ਲਈ। ਅੱਜ ਹੀ ਵਿਜ਼ਿਟ ਕਰੋ ਬੈਸਟ ਆਫਰਸ ਲਈ। Farm Fresh 10102 116th Street, Richmond Hill, New York 11419. Call 718-577-0022. Gina Jewelers, Sacramento, California. ਇੱਥੇ ਅਵੇਲੇਬਲ ਹੈ 22 ਕੈਰਟ 골ਡ ਜੁਐਲਰੀ ਤੇ 골ਡ coins. ਅਸੀਂ ਕਰਦੇ ਹਾਂ 골ਡ coins ਦੀ ਸ਼ਿਪਿੰਗ ਪੂਰੇ USA ਵਿੱਚ। Exclusive variety bridal sets ਤੇ bangles ਵਿੱਚ। Customers ਦੇ ਤਸੱਲੀ ਲਈ gold purity check ਕਰਨ ਲਈ computerized machine। ਅਸੀਂ ਪੇ ਕਰਦੇ ਹਾਂ top dollars। ਤੁਸੀਂ ਆਪਣੀ jewelry ਗਹਿਣੇ ਵੀ ਰੱਖ ਸਕਦੇ ਹੋ। Loan for gold, ਆਪਣਾ ਸੋਨਾ ਰੱਖੋ ਤੇ ਲੈ ਜਾਓ cash। For any inquiry call Inderjeet Singh ਜਾਂ visit ਕਰੋ Gina Jewelers। मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सिटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है। Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ fund ਪਾਓ।
taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ call ਕਰੋ 7188801992. Great Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Great Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Great Furniture. ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, ਐਮਟੀਏ ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states. ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ। ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ। ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਗੀਤੇ ਅਤੇ ਭੰਗੜੇ ਦੇ ਮੁਕਾਬਲੇ। ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਹੋਵੇਗਾ। ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ, 300 ਨਾਰਥ ਗ੍ਰੈਂਡ ਐਵੀਨਿਊ, ਲੈਂਸਿੰਗ, ਮਿਸ਼ੀਗਨ 48933। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ। The Vedic Store, USA ਦਾ ਲੀਡਿੰਗ ਆਯੁਰਵੈਦਿਕ ਸੁਪਰ ਸਟੋਰ, ਜਿੱਥੇ ਹੁਣ ਅਵੇਲੇਬਲ ਨੇ ਪ੍ਰੋਡਕਟਸ ਬਾਬਾ ਰਾਮਦੇਵ, ਹਿਮਾਲਿਆ, ਬੈਨੀਅਨ ਬੋਟੈਨੀਕਲਸ ਤੇ ਨਾਲ ਹੀ 100% ਆਰਗੈਨਿਕ ਇੰਡੀਅਨ ਫੂਡ। ਵਿਜ਼ਿਟ ਕਰੋ ਆਯੁਰਵੈਦਿਕ ਕੰਸਲਟੇਸ਼ਨ ਲਈ। ਫਾਇਦਾ ਲਓ ਆਯੁਰਵੈਦਿਕ ਰੈਮੇਡੀਜ਼ ਦਾ ਆਪਣੀਆਂ ਹੈਅਰ ਪ੍ਰੋਬਲਮਸ, ਹਾਰਟ, ਵੇਟ, ਜੁਆਇੰਟਸ, ਡਾਇਬੀਟੀਜ਼ ਤੇ ਹੋਰ ਵੀ ਕਈ ਪ੍ਰੋਬਲਮਸ ਲਈ। ਯੋਗਾ ਕਲਾਸਿਸ ਵਿੱਚ ਵੀ ਹਿੱਸਾ ਲਓ। ਕਾਲ ਕਰੋ 7183234892 ਤੇ। ਪਾਓ ਹਰ ਪ੍ਰੋਡਕਟ ਦੀ ਸ਼ਿਪਿੰਗ ਆਪਣੇ ਦਰਵਾਜ਼ੇ ਤੇ। ਅੱਜ ਹੀ ਆਪਣੀ ਸਿਹਤ ਲਈ ਜ਼ਿੰਮੇਵਾਰ ਬਣੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ 157 ਸਾਲ ਪਹਿਲੇ ਦੀ ਘਟਨਾ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਵਾਪਰੀ ਔਰ ਜਿਸ ਦੇ ਬਾਰੇ ਹੁਣ ਸ਼ਾਇਦ ਇਹ ਤਾਂ ਨਿਰਵਿਵਾਦਤ ਹੈ ਕਿ ਉਸ ਵੇਲੇ ਸਿਪਾਹੀ ਮਿਊਟਨੀ ਦੇ ਦੌਰਾਨ ਅੰਗਰੇਜ਼ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿਪਾਹੀ ਉੱਥੇ ਪੋਸਟਡ ਸਨ ਮੀਆਂ ਮੀਰ ਇਲਾਕੇ ਦੇ ਵਿੱਚ, ਉਹਨਾਂ ਨੇ ਬਗਾਵਤ ਕੀਤੀ ਔਰ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਈਆਂ ਨੂੰ ਮਾਰ ਕੇ ਖੂਹ ਸੁੱਟਿਆ ਗਿਆ ਔਰ ਕਈਆਂ ਨੂੰ ਹੋਰ ਦੂਸਰੇ ਤਰੀਕੇ ਦੇ ਨਾਲ ਤਸੀਹੇ ਦਿੱਤੇ ਗਏ, ਜਿਸ ਦੇ ਨਾਲ ਉਹ ਵੀ ਮਾਰੇ ਗਏ। ਹੁਣ ਉਹ ਪਿੰਡ ਦੇ ਵਿੱਚੋਂ ਉਹਨਾਂ ਦੇ ਪਿੰਜਰ ਮਿਲੇ ਹਨ, ਜਿਸ ਦੇ ਉੱਤੇ ਕਾਫੀ ਕੋਈ ਵੀ ਗੱਲ ਹੋਏ ਉਸਦੇ ਕਈ ਪੱਖਾਂ ਤੋਂ ਵਾਦ ਵਿਵਾਦ ਵੀ ਸ਼ੁਰੂ ਹੋ ਜਾਂਦਾ ਹੈ। ਹੁਣ ਵੀ ਉਸ ਦੇ 'ਤੇ ਵਾਦ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਉਹਨਾਂ ਨੂੰ ਸ਼ਹੀਦ ਡਿਕਲੇਅਰ ਕਰਕੇ ਉਹਨਾਂ ਦੀ ਯਾਦਗਾਰ ਬਣਾਈ ਜਾਏ। ਇਹ ਮਸਲਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਨਾਮਵਰ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ, ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿਉਂਕਿ ਇਸ ਸਬਜੈਕਟ 'ਤੇ ਉਹਨਾਂ ਤੋਂ ਬਿਹਤਰ ਕੋਈ ਨਹੀਂ ਰੋਸ਼ਨੀ ਪਾ ਸਕਦਾ। ਡਾਕਟਰ ਸਾਹਿਬ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹਨ। ਡਾਕਟਰ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਡਾਕਟਰ ਸਾਹਿਬ, ਇਹ ਇੱਕ ਨਵੀਂ ਕਿਹੜੀ ਚੀਜ਼ ਹੈ, ਇਹ ਕੀ ਮੁੱਦਾ ਹੈ ਕੀ ਔਰ ਕਿਵੇਂ ਉੱਠਿਆ ਔਰ ਅਚਾਨਕ ਕਿਵੇਂ ਉੱਭਰ ਕੇ ਸਾਹਮਣੇ ਆਇਆ? ਦੇਖੋ, ਕੰਗਾਰ ਤਾਂ ਉੱਥੇ ਮਿਲੇ ਆ ਜੀ, ਇੱਕ ਫੈਕਟ ਆ ਜੀ, ਟਰੁੱਥ ਆ ਜੀ, ਜਿਸ ਨੂੰ ਡਿਨਾਈ ਨਹੀਂ ਕੋਈ ਕਰ ਸਕਦਾ ਜੀ। ਲੇਕਿਨ ਇਹ ਸਾਰੇ ਜਿਹੜੇ ਲੋਕ ਆ, ਇਹ ਕੌਣ ਸੀ, ਹਾਂਜੀ, ਕਿੱਥੋਂ ਆਏ, ਜੀ, ਕੀ ਕਾਰਨ ਸੀ, ਜੀ, ਔਰ ਇਸ ਨੂੰ ਹੁਣ ਬਹੁਤ ਇੱਕ ਟੂਲ ਦਿੱਤਾ ਜਾ ਰਿਹਾ ਜੀ,
ਖਾਸ ਤੌਰ ਤੇ ਪੋਲੀਟੀਕਲ ਲੈਵਲ ਤੇ ਕਮਿਊਨਲ ਲੈਵਲ ਤੇ ਜੀ ਵੀ ਉਹ ਜਿਹੜੇ ਈਵੈਂਟ ਸੀ ਦੈਟ ਵਾਸ ਅ ਵਾਰ ਆਫ ਇੰਡੀਪੈਂਡੈਂਸ। ਜੀ ਜੀ ਇੱਥੇ ਮੈਂ ਇੱਕ ਗੱਲ ਬਹੁਤ ਤੁਹਾਡੇ ਸਰੋਤਿਆਂ ਨੂੰ ਦੱਸਣੀ ਚਾਹੁੰਦਾ ਜੀ ਕਿ ਇਸ ਦੀ ਜਿਹੜੀ ਮਿੱਥ ਬਣਾਈ ਹੈ ਵਾਰ ਆਫ ਫਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ, ਇਹ ਕਿਹਨੇ ਬਣਾਈ? ਜੀ ਇਹ ਦਮੋਦਰ ਦਾਸ ਸਾਵਰਕਰ ਜੀ ਜਿਹੜਾ ਬਹੁਤ ਮਸ਼ਹੂਰ, ਜਿਹਨੂੰ ਹੁਣ ਵੀਰ ਸਾਵਰਕਰ ਦਾ ਨਾਮ ਦਿੱਤਾ ਇਹਨਾਂ ਨੇ ਹਿੰਦੂਆਂ ਨੇ, ਜੀ ਜੀ ਉਸ ਬੰਦੇ ਨੇ ਬਹੁਤ ਪਹਿਲਾਂ ਇੱਕ ਕਿਤਾਬ ਲਿਖੀ ਸੀ ਜਿਸ ਦਾ ਹੈਡਿੰਗ ਸੀ ਦੀ ਫਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ ਜੀ 1857। ਜੀ ਜੀ ਇਹ ਕੌਣ ਸੀ? ਹੁਣ ਇਹ ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜੀ ਨਿਮਰਤਾ ਸਹਿਤ ਕਿ ਇਹ ਬੰਦਾ ਕੌਣ ਸੀ। ਜੀ ਇਹ ਬੰਦੇ ਨੇ ਹਿੰਦੂ ਮਹਾਸਭਾ ਦੀ ਫਾਊਂਡੇਸ਼ਨ ਰੱਖੀ ਸੀਗੀ ਜੀ ਜੀ ਔਰ ਇਹ ਬੰਦੇ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਸੀ ਇੰਗਲੈਂਡ ਦੇ ਵਿੱਚ ਜਾ ਕੇ ਜਿਸ ਨੂੰ ਕਹਿੰਦੇ ਸੀ ਅਭਿਨਵ ਭਾਰਤੀ। ਹਾਂਜੀ ਇਹ ਮਰਾਠੀ ਲੈਂਗੁਏਜ ਦਾ ਸ਼ਬਦ ਆ, ਉਹਦਾ ਮਤਲਬ ਯੰਗ ਇੰਡੀਅਨ ਜੀ। ਔਰ ਇਹ ਹੁਣ ਰਿਵਾਈਵ ਹੋ ਗਈ ਹੈ ਆਫ ਲੇਟ ਇੰਡੀਆ ਦੇ ਵਿੱਚ ਜੀ। ਔਰ ਇਹ ਅਭਿਨਵ ਭਾਰਤੀ ਦੇ ਬੰਦੇ ਆ ਜਿਨ੍ਹਾਂ ਨੇ ਸਮਝੌਤਾ ਐਕਸਪ੍ਰੈਸ ਜਿਹੜੀ ਸੀ ਉਸ ਤੇ ਅਟੈਕ ਕਰਕੇ 60-65 ਜਿਹੜੇ ਨਿਰਦੋਸ਼ ਪੈਸੇਂਜਰ ਸੀ ਉਸ ਐਕਸਪ੍ਰੈਸ ਦੇ ਵਿੱਚ ਉਹਨਾਂ ਨੂੰ ਵਿਚਾਰਿਆਂ ਨੂੰ ਬੰਬ ਬਲਾਸਟ ਕਰਕੇ ਮਾਰਿਆ ਜੀ। ਮੱਕਾ ਮਸਜਿਦ 'ਚ ਇਹਨਾਂ ਨੇ ਬੰਬ ਬਲਾਸਟ ਕੀਤੇ ਜੀ। ਅਜਮੇਰ ਸ਼ਰੀਫ 'ਚ ਇਹਨਾਂ ਨੇ ਬੰਬ ਬਲਾਸਟ ਕੀਤੇ। ਇਹ ਉਹ ਆਦਮੀ ਆ ਜਿਸ ਨੇ ਇੱਕ ਕਿਤਾਬ ਪਹਿਲਾਂ ਲਿਖੀ ਔਰ ਇਸ ਦੀ ਰੀਬਟਲ ਮੈਂ ਤੁਹਾਨੂੰ ਇੱਥੇ ਜਾ ਕੇ ਦੱਸ ਦਿਆਂ। ਨਾਮਵਰ ਜਿਹੜੇ ਦੁਨੀਆ ਦੇ ਮਸ਼ਹੂਰ ਇਤਿਹਾਸਕਾਰ ਹੋਏ ਆ ਉਹਨਾਂ 'ਚੋਂ ਇੰਡੀਅਨ ਵੀ ਬਹੁਤ ਮਸ਼ਹੂਰ ਹੋਏ ਆ। ਉਹਦੇ ਵਿੱਚ ਸਰ ਜਾਦੂਨਾਥ ਸਰਕਾਰ ਸੀ। ਡਾਕਟਰ ਸਾਹਿਬ ਮੈਂ ਗੁਸਤਾਖੀ ਮਾਫ, ਤੁਸੀਂ ਜਿਹੜੀ ਹੈ 1857 ਦੀ ਜਿਹੜੀ ਜਾਂ ਸਿਪਾਹੀ ਮਿਊਟਨੀ ਉਹ ਦੇਸ਼ ਦੀ ਆਜ਼ਾਦੀ ਦੀ ਲੜਾਈ ਹੈ ਜਾਂ ਨਹੀਂ ਹੈ, ਇਹਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਦੋ ਪੱਖ ਹਨ। ਪੰਜਾਬ ਦੇ ਵਿੱਚ ਇਸ ਨੂੰ ਆਜ਼ਾਦੀ ਦੀ ਲੜਾਈ ਨਹੀਂ ਮੰਨਿਆ ਗਿਆ। ਡਾਕਟਰ ਗੰਡਾ ਸਿੰਘ ਨੇ ਵੀ ਇਹਦੇ ਤੇ ਬਹੁਤ ਸੋਹਣਾ ਕਿਤਾਬਚਾ ਵੀ ਛਾਪਿਆ। ਉਹਨਾਂ ਨੇ ਇਹ ਸਾਰੇ ਹਵਾਲੇ ਦੇ ਕੇ ਈਵਨ ਡਿਸਕਵਰੀ ਆਫ ਇੰਡੀਆ ਦੇ ਹਵਾਲੇ ਦਿੱਤੇ। ਉਹ ਇਸ਼ੂ ਨਹੀਂ ਹੈ। ਇਸ਼ੂ ਤਾਂ ਇਸ ਵੇਲੇ ਇਹ ਹੈ ਕਿ ਵਾਕਈ ਅਗਰ ਉੱਥੇ ਕੰਕਾਲ ਹਨ। ਨਹੀਂ ਪਹਿਲਾਂ ਲਾਂਬਾ ਜੀ ਗੱਲ ਇਹ ਆ, ਪਹਿਲਾਂ ਦੇਖ ਲਈਏ ਨਾ ਵੀ ਇਵੈਂਟ ਕੀ ਸੀ ਜੀ, ਫਿਰ ਉਸ ਤੋਂ ਬਾਅਦ ਦੇਖਾਂਗੇ। ਹਾਂਜੀ ਤਾਂ ਮੈਂ ਹੁਣ ਬਰੀਫਲੀ ਇਹਨੂੰ ਖਤਮ ਕਰਨਾ ਚਾਹੁੰਦਾ ਜੀ। ਆਰਸੀ ਮਜੁਮਦਾਰ ਦੀ ਕਿਤਾਬ ਆ, ਇਸੇ ਤਰੀਕੇ ਜਾਦੂਨਾਥ ਸਰਕਾਰ, ਐਸ.ਐਨ. ਸੇਨ, ਆਚਾਰਿਆ ਕ੍ਰਿਪਲਾਨੀ, ਮੌਲਾਨਾ ਆਜ਼ਾਦ, ਪੰਡਿਤ ਨਹਿਰੂ। ਹਾਂਜੀ ਇਹ ਸਾਰੇ ਨਾਮਵਰ ਬੰਦੇ ਜਿਹੜੇ ਕਿ ਉਸ ਇਵੈਂਟ ਦੇ ਬਹੁਤ ਨੇੜੇ ਦੇ ਬੰਦੇ ਸੀ ਵੈਸੇ ਵੀ ਜੇ ਉਹਨੂੰ ਕ੍ਰੋਨੋਲੋਜੀ ਨਾਲ ਵੀ ਦੇਖਿਆ ਜਾਵੇ। ਹਾਂਜੀ ਉਹਨਾਂ ਨੇ ਮਤਲਬ ਐਕੈਡੈਮਿਕ ਲੈਵਲ ਤੇ ਵੀ ਔਰ ਆਪਣੀ ਸਮਝ ਦੇ ਮੁਤਾਬਕ ਵੀ ਇਹ ਕਿਹਾ ਵੀ ਇਹ ਤਾਂ ਇੱਕ ਮਾਮੂਲੀ ਜਿਹੀ ਜਿੱਤਨੀ ਸੀ ਜੀ। ਕਿਸ ਕਾਰਨ ਕਰਕੇ ਹੋਈ? ਕਿਉਂਕਿ ਜਿਹੜੇ ਕਾਰਟੇਜ ਸੀ, ਜਿਹੜੇ ਕਾਰਤੂਸ ਸੀ ਉਸ ਬੰਦੂਕ ਵਿੱਚ ਪਾਏ ਜਾਂਦੇ ਸੀ, ਉਹਨਾਂ ਦੇ ਵਿੱਚ ਉਹਨਾਂ ਨੂੰ ਇਹ ਵਹਿਮ ਹੋ ਗਿਆ ਵੀ ਇਹ ਜਿਹੜੀ ਚਮੜੀ ਆ ਹਾਂਜੀ ਉਹ ਜਾਂ ਤਾਂ ਗਊ ਦੀ ਆ ਜਾਂ ਉਹ ਸੂਰ ਦੀ ਆ। ਹਾਂਜੀ ਮੁਸਲਮਾਨਾਂ ਨੂੰ ਸੂਰ ਤੁਹਾਨੂੰ ਪਤਾ ਫੋਰਬਿਡਨ ਆ, ਬਿਲਕੁਲ ਜਿਹੜੀ ਗਊ ਆ ਉਹ ਸੇਕ੍ਰੇਡ ਆ। ਉਹਨਾਂ ਨੇ ਆਪਣੇ ਮਜ਼ਹਬੀ ਕਾਰਨਾਂ ਕਰਕੇ ਸਪਾਈ ਮਿਊਟਨੀ ਸੀ ਉਹ ਉਹਨਾਂ ਨੇ ਉਸ ਤੇ ਅਗੇਂਸਟ ਬਗਾਵਤ ਕੀਤੀ। ਤਾਂ ਇਹ ਲੋਕ ਜਿਹੜੇ ਜਿੱਥੇ ਜਿੱਥੇ ਵੀ ਸੀਗੇ ਹਿੰਦੁਸਤਾਨ ਦੇ ਵਿੱਚ ਹਿੰਦੂ ਜਾਂ ਮੁਸਲਮਾਨ ਸਿਪਾਹੀ, ਉਹਨਾਂ ਨੇ ਆਪਣੇ ਇਹਨਾਂ ਕਾਰਨਾਂ ਕਰਕੇ ਬਗਾਵਤ ਮਾੜੀ ਮੋਟੀ ਕੀਤੀ ਔਰ ਉਹਨਾਂ ਨੂੰ ਅੰਗਰੇਜ਼ਾਂ ਨੇ ਦਬਾਤਾ। ਕੋਈ ਬਹੁਤ ਵੱਡੀ ਇਵੈਂਟ ਨਹੀਂ ਜਿਹੜੀ ਜਿਸ ਤਰ੍ਹਾਂ ਹੁਣ ਇਸ ਨੂੰ ਵਾਰ ਆਫ ਇੰਡੀਪੈਂਡੈਂਸ, ਉਸ ਵੇਲੇ ਵਾਰ ਆਫ ਇੰਡੀਪੈਂਡੈਂਸ ਦਾ ਕਨਸੈਪਟ ਨਹੀਂ ਜੀ। ਜੀ ਠੀਕ ਹੈ। ਪਹਿਲੀ ਦੁਨੀਆ ਦੇ ਇਤਿਹਾਸ ਦੇ ਵਿੱਚ ਵਾਰ ਆਫ ਇੰਡੀਪੈਂਡੈਂਸ ਜਿਹੜੀ ਹੋਈ ਆ ਉਹ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਜੀ ਜੀ ਕਿਉਂਕਿ ਉਹਨਾਂ ਨੂੰ ਪਤਾ ਸੀ ਉਸ ਵਾਰ ਆਫ ਇੰਡੀਪੈਂਡੈਂਸ ਤੋਂ ਬਾਅਦ ਕੀ ਹੋਣਾ ਜੀ। ਔਰ ਜੇ ਉਸ ਵੇਲੇ ਹਿੰਦੁਸਤਾਨ ਆਜ਼ਾਦ ਹੋ ਜਾਂਦਾ, ਫਰਜ਼ ਕਰੋ ਹਾਈਪੋਥੈਟਿਕਲੀ ਗੱਲ ਕਰਦੇ ਹਾਂ, ਤਾਂ ਉਹ ਹਿੰਦੁਸਤਾਨ ਇੱਕ ਨਹੀਂ ਸੀ ਰਹਿਣਾ, ਉਹਦੇ ਘੱਟ ਤੋਂ ਘੱਟ 400-500 ਟੁਕੜੇ ਹੋਣੇ ਸੀ। ਨਹੀਂ ਡਾਕਟਰ ਸਾਹਿਬ ਸਾਡਾ ਤੁਸੀਂ ਜੇ ਮੈਂ ਬਿਲਕੁਲ ਤੁਹਾਡੀ ਗੱਲ ਜੀ, ਤੁਹਾਡਾ ਜਿਹੜਾ ਸਿੱਖ ਨਜ਼ਰੀਆ ਹੈ, ਪੰਜਾਬ ਦਾ ਨਜ਼ਰੀਆ ਕੁਦਰਤੀ ਤੌਰ ਦੇ ਉੱਤੇ ਇਹਨਾਂ ਨੇ ਸਾਥ ਨਹੀਂ ਦਿੱਤਾ ਉਸ ਦਾ ਜਿਹੜੀ 1857 ਦੀ ਸੀ। ਪਰ ਠੀਕ ਹੈ, ਸ਼ੁਰੂ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਜਿੰਨੇ ਇਤਿਹਾਸਕਾਰ ਹੈ ਸਾਰਿਆਂ ਨੇ ਇਸ ਨੂੰ ਨਹੀਂ ਮੰਨਿਆ ਕਿ ਵਾਰ ਆਫ ਇੰਡੀਪੈਂਡੈਂਸ ਸੀ। ਪਰ ਹੁਣ ਉਸ ਤੋਂ ਬਾਅਦ ਹੁਣ ਦੇਸ਼ ਨੇ, ਕਿਉਂਕਿ ਬਹੁ ਗਿਣਤੀ ਹੈ, ਉਹਨਾਂ ਦੀ ਮੈਜੋਰਿਟੀ ਹੈ, ਉਹਨਾਂ ਨੇ ਇੱਕ ਇਸ ਨੂੰ ਵਾਰ ਆਫ ਪਹਿਲੀ ਲੜਾਈ ਆਫ ਇੰਡੀਪੈਂਡੈਂਸ ਡਿਕਲੇਅਰ ਕਰ ਦਿੱਤਾ। ਇਹ ਤਾਂ ਇਹਦੇ ਤੇ ਕੋਈ ਦੋ ਰਾਏ ਨਹੀਂ ਹੈਗੀ ਨਾ, ਉਹਨਾਂ ਨੇ ਡਿਕਲੇਅਰ ਕਰ ਦਿੱਤਾ ਹੈਗਾ। ਪਰ ਸਾਡਾ ਇਸ਼ੂ ਉਹ ਵੀ ਨਹੀਂ ਹੈਗਾ। ਇਸ਼ੂ ਤਾਂ ਇਹ ਹੈ ਕਿ ਇੱਕ ਭਾਵੇਂ ਛੋਟੀ ਜੀ ਘਟਨਾ ਹੋਏ, ਜਿਵੇਂ ਤੁਸੀਂ ਦੱਸ ਰਹੇ ਹੋ ਬਹੁਤ ਛੋਟੀ ਜੀ ਘਟਨਾ ਸੀ, ਪਰ ਜੇ ਛੋਟੀ ਜੀ ਘਟਨਾ ਕਰਕੇ ਅੰਗਰੇਜ਼ ਡਿਪਟੀ ਕਮਿਸ਼ਨਰ ਵੱਲੋਂ
ਇੰਨੀ ਵੱਡੀ ਗਿਣਤੀ ਦੇ ਵਿੱਚ ਬੰਦੇ ਕਤਲ ਕਰਦੇ ਨੇ, ਕੀ ਇਹ ਇਨਸਾਨੀਅਤ ਦੇ ਉੱਤੇ ਬਹੁਤ ਵੱਡਾ ਕਲੰਕ ਨਹੀਂ ਸੀ? ਨਹੀਂ, ਉਹ ਗੱਲ ਤੁਹਾਡੀ ਠੀਕ ਆ। ਉਸ ਤੋਂ ਪਹਿਲਾਂ ਕੀ ਹੋਇਆ, ਉਹਨਾਂ ਨੇ ਵੀ ਜਿਹੜੇ ਬ੍ਰਿਟਿਸ਼ ਆਫੀਸਰ ਸੀ ਉਹਨਾਂ ਨੂੰ ਕਤਲ ਕਰ ਦਿੱਤਾ। ਜੀ ਬਿਲਕੁਲ ਠੀਕ ਹੈ। ਹਾਂਜੀ ਹਾਂ, ਐਕਸ਼ਨ ਐਂਡ ਰਿਐਕਸ਼ਨ ਜਦੋਂ ਉਸ ਕਿਸਮ ਦੀ ਸਿਚੁਏਸ਼ਨ ਹੋ ਜਾਂਦੀ ਹੈ, ਐਮਪੀਰੀਕਲ ਰੂਲ ਸੀ ਜੀ, ਉਹ ਕਿਹੜਾ ਡੈਮੋਕ੍ਰੈਟਿਕ। ਹੁਣ ਕਿਤਨਾ ਕਤਲੋ ਗਾਰਤ ਕੀਤਾ ਇਹਨਾਂ ਨੇ ਪੰਜਾਬ ਦੇ ਵਿੱਚ ਕੀਤਾ, ਹੋਰ ਸੂਬਿਆਂ ਦੇ ਵਿੱਚ ਕੀਤਾ ਹੀ ਹੈ ਨਾ ਜੀ। ਤੋ ਇਹ ਮੈਂ ਉਸ ਨੂੰ ਜਸਟੀਫਾਈ ਨਹੀਂ ਕਰਦਾ ਕਿ ਇਹਨਾਂ ਬੰਦਿਆਂ ਨੂੰ ਤੁਸੀਂ ਪਕੜ ਕੇ ਉਹਨਾਂ ਨੂੰ ਖੂਹ ਦੇ ਵਿੱਚ ਸਿੱਟ ਦਿੱਤਾ, ਮਾਰ ਦਿੱਤਾ। ਉਹਨਾਂ ਦੀ ਪਕੜ ਕੇ ਪ੍ਰੋਪਰ ਟ੍ਰਾਇਲ ਹੋਣੀ ਚਾਹੀਦੀ ਸੀ ਜੀ 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 ਜੀ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੀ, ਜਿਸ ਕਿਸਮ ਦਾ ਉਸ ਵੇਲੇ ਦਾ ਲੀਗਲ ਸਿਸਟਮ ਸੀ ਜੀ ਜੀ। ਲੇਕਿਨ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਗੱਲ ਕਹਿ ਕੇ ਪ੍ਰੋਜੈਕਟ ਕਰਨਾ ਕਿ ਉਹ ਲਿਬਰੇਸ਼ਨ ਮੂਵਮੈਂਟ ਜਾਂ ਫਰੀडम ਮੂਵਮੈਂਟ ਪਾਸ ਸੀ। ਫਰੀडम ਮੂਵਮੈਂਟ ਇਸ ਕਿਸਮ ਦਾ ਕੋਈ ਉਸ ਵੇਲੇ ਕਨਸੈਪਟ ਵੀ ਸੀ। ਨੇਸ਼ਨ ਦਾ ਤਾਂ ਕਨਸੈਪਟ ਬਾਅਦ ਪੈਦਾ ਹੋਇਆ, ਨਹਿਰੂ ਵੀ ਲਿਖਦਾ ਜੀ ਜੀ ਜੀ। ਤੇ ਇਹ ਡਾਕਟਰ ਸਾਹਿਬ ਇਹ ਦੱਸੋ ਕਿ ਇਹ 1857 ਦੇ ਲਾਗੇ ਚਾਗੇ ਇਹ ਜਿਹੜੇ ਬੰਦੇ ਮਾਰੇ ਗਏ ਐਡੀ ਵੱਡੀ ਗਿਣਤੀ ਦੇ ਵਿੱਚ, ਬੜੀ ਹੈਰਾਨੀ ਨਹੀਂ ਕਿ ਫਰੈਡਰਿਕ ਕੂਪਰ ਜਿਹੜਾ ਡਿਪਟੀ ਕਮਿਸ਼ਨਰ ਸੀ, ਉਹਨੇ ਆਪਣੀ ਕਿਤਾਬ ਕ੍ਰਾਈਸਿਸ ਇਨ ਦੀ ਪੰਜਾਬ ਦੇ ਵਿੱਚ ਤਾਂ ਜ਼ਿਕਰ ਕੀਤਾ ਔਰ ਉਸਨੇ ਸਾਰਾ ਲਿਖਿਆ ਕਿ ਹਾਂ ਇਹ ਆਰਡਰ ਦਿੱਤਾ ਗਿਆ ਕਾਨਪੁਰ ਵਿੱਚ ਵੀ ਔਰ ਇੱਥੇ ਵੀ, ਪਰ ਕੀ ਪੰਜਾਬ ਦੇ ਕਿਸੇ ਇਤਿਹਾਸਕਾਰ ਨੇ ਇਹਦਾ ਜ਼ਿਕਰ ਨਹੀਂ ਕੀਤਾ? ਦੇਖੋ, ਪੰਜਾਬ ਦੇ ਜਿਹੜੇ ਇਤਿਹਾਸਕਾਰ ਆ ਜਿਨ੍ਹਾਂ ਨੇ ਇਸ ਪੀਰੀਅਡ 'ਚ ਲਿਖਿਆ, ਉਹਦੇ 'ਚ ਡਾਕਟਰ ਗੰਡਾ ਸਿੰਘ ਪ੍ਰਮੁੱਖ ਹੈਗੇ ਆ। ਹਾਂਜੀ, ਉਹਨਾਂ ਨੇ ਪਹਿਲੀ ਗੱਲ ਤਾਂ ਇਸ ਦੀ ਜਿਹੜੀ ਡੈਫੀਨੇਸ਼ਨ ਇਹਨਾਂ ਨੇ ਨਾ 1957 ਵਿੱਚ ਸੈਂਟੀਨਰੀ ਮਨਾਈ ਸੀਗੀ, 1857 ਦੀ ਹਿੰਦੁਸਤਾਨ ਦੇ ਵਿੱਚ। ਤਾਂ ਉਸ ਵੇਲੇ ਵੀ ਬੜਾ ਸਿੱਖਾਂ ਦੇ ਉੱਤੇ ਕਿਚੜ ਸਿੱਟਿਆ ਗਿਆ ਸੀ। ਹਾਂਜੀ ਬਿਲਕੁਲ ਠੀਕ ਹੈ। ਸਾਰੀ ਰਿਬਟਲ ਜਿਹੜੀ ਆ ਉਹ ਡਾਕਟਰ ਗੰਡਾ ਸਿੰਘ ਨੇ ਕੀਤੀ ਸੀ। ਬਿਲਕੁਲ ਉਸ ਵੇਲੇ ਸਕੂਲਾਂ 'ਚ ਪੜ੍ਹਦੇ ਸੀਗੇ। ਹਾਂਜੀ, ਤੇ ਉਸ ਵੇਲੇ ਤਾਂ ਸਾਨੂੰ ਪੜ੍ਹਨ ਦੀ ਇੰਨੀ ਮਤਲਬ ਅਵੇਅਰਨੈਸ ਵੀ ਨਹੀਂ ਸੀ। ਇਹ ਬਾਅਦ ਦੇ ਵਿੱਚ ਅਸੀਂ ਉਹਨਾਂ ਦੀ ਡਾਕਟਰ ਗੰਡਾ ਸਿੰਘ ਉਹਨਾਂ ਦੀ ਕਿਤਾਬ ਪੜ੍ਹ ਕੇ ਸਾਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਜੀ ਜੀ ਜੀ। ਤੋ ਇਹ ਜਿਹੜੀ ਇਵੈਂਟ ਆ ਨਾ, ਜੋ ਕੁਝ ਇਸ ਤਰ੍ਹਾਂ ਹੋਇਆ ਜੀ, ਇਸ ਨੂੰ ਚਾਹੀਦਾ ਇਹ ਸੀ ਜੀ ਕਿ ਜਿਹੜਾ ਪ੍ਰੋਪਰ ਤਰੀਕੇ ਨਾਲ ਉਹਦੀ ਐਕਸਕੇਵੇਸ਼ਨ ਹੋਣੀ ਚਾਹੀਦੀ ਸੀ ਆਰਕੀਓਲੋਜੀਕਲ ਡਿਪਾਰਟਮੈਂਟ ਦੇ। ਹਾਂਜੀ ਹਾਂਜੀ। ਹੋਇਆ ਕਿ ਉੱਥੇ ਉਸ ਤਰੀਕੇ ਨਾਲ ਹੈਪਹੈਜ਼ਰਡ ਤਰੀਕੇ ਨਾਲ ਨਾਨ ਪ੍ਰੋਫੈਸ਼ਨਲ ਤਰੀਕੇ ਨਾਲ ਉਹਦੀ ਖੁਦਾਈ ਕੀਤੀ, ਕਈਆਂ ਦੇ ਨਾਲ ਖੁਰਪਿਆਂ ਦੇ ਨਾਲ ਉਸ ਨੂੰ ਖੋਦ ਕੇ ਉਸ ਜੋ ਵੀ ਕੰਗਾਰ ਕੱਢੇ ਗਏ। ਮਤਲਬ ਇਹ ਸਰਕਾਰੀ ਪੱਧਰ ਤੇ ਨਹੀਂ ਹੋਇਆ, ਇੰਡੀਵਿਜੂਅਲ ਲੋਕਲ ਲੈਵਲ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਇਸ ਚੀਜ਼ ਨੂੰ ਕੀਤਾ। ਪਰ ਮੇਰਾ ਸਵਾਲ ਫਿਰ ਉੱਥੇ ਉਹਦਾ ਅਗਰ ਜੇ ਤੁਸੀਂ ਸਾਨੂੰ ਥੋੜਾ ਜਿਹਾ ਕਲੈਰੀਫਾਈ ਕਰ ਸਕੋ, ਕਿਉਂਕਿ ਇੱਕ ਦੇਖੋ ਜਿਸ ਪੰਜਾਬ ਦੇ ਪਿੰਡਾਂ ਦੇ ਵਿੱਚ ਉਸ ਵੇਲੇ ਆਬਾਦੀ ਵੀ ਥੋੜੀ ਸੀ, 300-400 ਬੰਦਿਆਂ ਨੂੰ ਸ਼ਰੇਆਮ ਕਤਲ ਕਰ ਦੇਣਾ, ਔਰ ਉਹਦੇ 'ਚ ਲਿਖਿਆ, ਉਸਨੇ ਫਰੈਡਰਿਕ ਕੂਪਰ ਲਿਖ ਰਿਹਾ ਕਿ ਉਹਦੇ ਵਿੱਚ ਪਿੰਡਾਂ ਵਾਲਿਆਂ ਦੀ ਮਦਦ ਲਈ ਗਈ ਔਰ ਸਿੱਖ ਫੌਜੀਆਂ ਦੀ ਵੀ ਮਦਦ ਲਈ ਗਈ। ਪਰ ਅਗਰ ਇੰਨੀ ਵੱਡੀ ਘਟਨਾ ਦਾ ਉਹ 1857 ਆਜ਼ਾਦੀ ਦੀ ਲੜਾਈ ਹੈ ਜਾਂ ਨਹੀਂ ਹੈ, ਬਿਲਕੁਲ ਵੱਖਰਾ ਵਿਸ਼ਾ ਹੈ। ਪਰ ਸਵਾਲ ਇਹ ਹੈ ਕਿ ਇਸ ਕਤਲੋ ਗਾਰਤ ਦਾ ਕਿਸੇ ਇਤਿਹਾਸਕਾਰ ਨੇ ਜ਼ਿਕਰ ਕਿਉਂ ਨਹੀਂ ਕੀਤਾ? ਨਾ ਕਿਸੇ ਅੰਗਰੇਜ਼ ਨੇ, ਨਾ ਸਥਾਨਕ ਇਤਿਹਾਸਕਾਰ ਨੇ, ਨਾ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਹਿਸਟੋਰੀਅਨ ਹੈ, ਕਿਸੇ ਨੇ ਵੀ ਇਹਦਾ ਜ਼ਿਕਰ। ਇਹ ਇੰਨੀ ਵੱਡੀ ਘਟਨਾ ਛੁਪੀ ਕਿੱਦਾਂ ਰਹੀ? ਨਹੀਂ, ਉਹਦਾ ਮੇਰਾ ਆਪਣਾ ਖਿਆਲ ਆ ਜੀ ਕਿ ਜੇ ਮੈਂ ਇਹੀ ਗੱਲ ਸਟੇਟਮੈਂਟ ਦਿੱਤੀ ਹੈ, ਕਈ ਅਖਬਾਰਾਂ ਨੂੰ ਵੀ ਦਿੱਤੀ ਆ ਜੀ, ਉਹਦੀ ਐਕਸਕੇਵੇਸ਼ਨ ਪ੍ਰੋਪਰ ਕਰਕੇ ਨੈਸ਼ਨਲ ਆਰਕਾਈਵਸ ਚੋਂ, ਦਿੱਲੀ ਚੋਂ, ਬ੍ਰਿਟਿਸ਼ ਮਿਊਜ਼ੀਅਮ ਲੰਡਨ ਤੋਂ, ਇੰਡੀਆ ਆਫਿਸ ਲਾਇਬ੍ਰੇਰੀ ਦੀ ਜਿਹੜੀ ਲੰਡਨ ਦੇ ਵਿੱਚ ਉਸ ਤੋਂ, ਉੱਥੇ ਲਾਜ਼ਮੀ ਤੌਰ ਦੇ ਉੱਤੇ ਕੋਈ ਐਵੀਡੈਂਸ ਹੋਏਗਾ ਜੀ ਜੀ ਜੀ। ਜੋ ਐਡੀ ਵੱਡੀ ਇਵੈਂਟ ਜਿਹੜੀ ਹੋਈ ਆ ਹਾਂਜੀ, ਉਸ ਦੇ ਉੱਤੇ ਲਾਜ਼ਮੀ ਤੌਰ ਦੇ ਉੱਤੇ ਅੰਗਰੇਜ਼ਾਂ ਦੀ ਇੱਕ ਫਿਤਰਤ ਸੀ ਕਿ ਉਹ ਹਰ ਚੀਜ਼ ਨੂੰ ਬੜੀ ਡਿਟੇਲ ਤੇ ਮਾਈਕਰੋਸਕੋਪਿਕਲੀ ਲਿਖਦੇ ਸੀ ਜੀ 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 ਜੀ। ਔਰ ਉਸ ਦੀ ਜਿਹੜੀਆਂ ਉਹ ਲਿਖਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੱਢ ਲੈਣਾ ਚਾਹੀਦਾ। ਮੈਂ ਇਹੀ ਗੱਲ ਕਹੀ। ਬਿਲਕੁਲ ਬਿਲਕੁਲ ਠੀਕ। ਆਰਕੀਓਲੋਜੀਕਲ ਡਿਪਾਰਟਮੈਂਟ ਨੂੰ ਇਨਵੋਲਵ ਕਰੋ ਔਰ ਉਸ ਦੇ ਨਾਲ ਤੁਸੀਂ ਐਵੀਡੈਂਸ ਲੈ ਕੇ ਆਓ। ਹਾਂਜੀ ਬਿਲਕੁਲ, ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਨੂੰ ਸਟੇਟਸ ਕੀ ਦੇਣਾ ਚਾਹੀਦਾ ਹੈ, ਇਹ ਵਿਸ਼ਾ ਨਹੀਂ ਹੈ। ਵਿਸ਼ਾ ਤਾਂ ਇਹ ਹੈ ਕਿ ਇਹ ਘਟਨਾ ਜਿਹੜੀ ਹੈਗੀ ਹੈ ਇਸ ਦੀ ਛਾਣਬੀਣ ਜ਼ਰੂਰ ਹੋਣੀ ਚਾਹੀਦੀ ਹੈ। ਔਰ ਜਿਹੜੀ ਇਹਦੇ 'ਚ ਮੁੱਖ ਗਵਾਹੀ ਆਪਣੀ ਕਨਫੈਸ਼ਨ ਹੀ ਕਹਿ ਲਓ ਉਹਦੀ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਦੀ, ਉਹ ਬੜੀ ਵੱਡੀ ਇੱਕ ਐਵੀਡੈਂਸ ਉਹਦੀ ਕਿਤਾਬ ਹੈ ਜਿਹੜਾ ਖੁਦ ਲਿਖ ਰਿਹਾ ਹੈ ਕਿ ਹਾਂ ਮੈਂ ਇਹ ਆਰਡਰ ਦਿੱਤੇ ਸੀ। ਸੋ ਇਹਦੇ ਤੇ ਅਸੀਂ ਥੋੜੀ ਜਿਹੀ ਗੱਲਬਾਤ ਕਰਾਂਗੇ ਹੋਰ, ਤੇ ਤੁਸੀਂ ਕਿਰਪਾ ਕਰਕੇ ਲਾਈਨ ਤੇ ਬਣੇ ਰਹੋ। ਇੱਕ ਵਕਫੇ ਦਾ ਸਮਾਂ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ ਜੀ। ਠੀਕ ਹੈ ਠੀਕ ਹੈ।
ਥੈਂਕ ਯੂ ਸਰ। ਨਹੀਂ ਉਹ ਮੈਨੂੰ ਸੀਗਾ ਅਸੀਂ ਉਸ ਵਿਸ਼ੇ ਅੰਬਾ ਤੇ ਨਾ ਜਿਊਲਰ ਹਰ ਕਿਸੇ ਦੀ ਪਹਿਲੀ ਪਸੰਦ। ਵੈਸਟਰਨ ਤੇ ਟ੍ਰੈਡੀਸ਼ਨਲ ਜੁਐਲਰੀ ਦੀ ਵੈਰਾਈਟੀ ਦੀ ਹੈ ਪਰਮਾਰ। ਹਰ ਤਰ੍ਹਾਂ ਦੀ ਪਾਰਟੀ ਵੈਡਿੰਗ ਓਕੇਜ਼ਨ ਲਈ ਤੁਹਾਨੂੰ ਕਰਦਾ ਹੈ ਤਿਆਰ। ਨਾਲ ਹੀ ਅਵੇਲੇਬਲ ਹਨ 24 ਕੈਰਟ 골ਡ coins ਤੇ ਸਪੈਸ਼ਲ ਗਿਫਟਸ। ਅੰਬਾ ਜਿਊਲਰਸ 3713 74th Street, Jackson Heights, New York. Phone 718-639-2300. flymecheap.com ਹੁਣ ਕਰੋ ਵਰਲਡ ਵਿੱਚ ਕਿਤੇ ਵੀ ਸੈਰ ਡਿਸਕਾਊਂਟਡ 에ਅਰਫੇਅਰ ਪ੍ਰਾਈਸਿਸ ਤੇ। ਸਾਡੇ ਕੋਲ ਮਿਲੇਗੀ ਇਨਫੋਰਮੇਸ਼ਨ ਹਰ ਲੀਡਿੰਗ 에ਅਰਲਾਈਨ ਦੀ ਫਲਾਈਟਸ ਦੀ। 18 ਮਿਲੀਅਨ ਐਕਸਕਲੂਸਿਵ ਫਲਾਈਟ ਡੀਲਸ ਦੁਨੀਆ ਦੇ ਕਿਸੇ ਵੀ ਕੋਨੇ ਲਈ, ਜਿਸ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਬੈਸਟ ਫੇਅਰ ਡੀਲ। 24/7 ਕਸਟਮਰ ਸਰਵਿਸ ਸਾਡੇ ਟੋਲ ਫ੍ਰੀ ਨੰਬਰ ਤੇ 8553594878। ਵਿਜ਼ਿਟ ਕਰੋ ਸਹਾਰਾ ਟੂਰਸ ਐਂਡ ਟਰੈਵਲ 13222 ਰੌਕਵੇ ਬੁਲੇਵਾਰਡ, ਸਾਊਥ ਓਜ਼ਨ ਪਾਰਕ, ਨਿਊਯਾਰਕ 11420। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. ਲਾਅ ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, employment and investment based immigration। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਲੇਸ਼ਨ, ਟੈਕਸੀ, ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049। ਕੈਲੀਫੋਰਨੀਆ ਦੀਆਂ ਟਰੱਕਿੰਗ ਕੰਪਨੀਆਂ ਵਿੱਚੋਂ ਇੱਕੋ ਇੱਕ ਤਜਰਬੇਕਾਰ ਤੇ ਭਰੋਸੇਯੋਗ ਨਾਮ SNS ਟਰੱਕਿੰਗ, ਜੋ ਪਿਛਲੇ 20 ਸਾਲਾਂ ਤੋਂ ਤੁਹਾਡੀ ਸੇਵਾ ਕਰਦੀ ਆ ਰਹੀ ਹੈ। ਸਾਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਡੈਡੀਕੇਟਡ ਰਨ ਲਈ ਤਜਰਬੇਕਾਰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਲੋਡ ਲਾਉਣ ਤੋਂ ਤੁਰੰਤ ਬਾਅਦ ਆਪਣਾ ਪੇਪਰ ਵਰਕ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤੇ ਆਪਣਾ ਚੈੱਕ ਲੈ ਕੇ ਖੁਸ਼ੀ ਆਪਣੇ ਘਰ ਨੂੰ ਜਾਓ। ਵਧੇਰੇ ਜਾਣਕਾਰੀ ਲੈਣ ਲਈ ਕਾਲ ਕਰੋ ਬਾਈ ਜੀ ਨਾਜ਼ਰ ਸਹੋਤਾ ਤੇ ਸਟੀਵ ਢਿੱਲੋਂ ਨੂੰ 559 277 8831 ਉੱਤੇ। मैं गुरदीप सिंह संधू, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ
ਪਿਛਲੇ 26 ਸਾਲ ਹੋਮਿਓਪੈਥਿਕ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ 17 ਸਾਲਾਂ ਤੋਂ ਬੇ ਏਰੀਏ ਵਿੱਚ ਤੁਹਾਡੀ ਸੇਵਾ ਕਰ ਰਿਹਾ ਹਾਂ ਹੋਮਿਓਪੈਥਿਕ ਮੈਡੀਸਨ ਤੇ ਟ੍ਰੀਟਮੈਂਟ ਦੇ ਰਾਹੀਂ। ਬੇਸਿਕ ਤੌਰ ਤੇ ਹਰ ਆਦਮੀ ਨੂੰ ਜਾਣਨੀਆਂ ਬੜੀਆਂ ਜ਼ਰੂਰੀ ਨੇ ਕਿ ਹਰ ਬਿਮਾਰੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਹਿਸਾਸ ਤੋਂ ਹੁੰਦੀ ਹੈ। ਤੁਸੀਂ ਹਰ ਬਿਮਾਰੀ ਦੇ ਸੰਬੰਧ ਵਿੱਚ ਇਹ ਗੱਲਾਂ ਜਾਣ ਸਕੋ ਕਿ ਕੀ ਹੋ ਸਕਦਾ ਹੈ, ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਔਰ ਉਹਨਾਂ ਦਾ ਨਿਵਾਰਨ ਕਿਵੇਂ ਹੋ ਸਕਦਾ ਸੌਖੇ ਤਰੀਕੇ ਦੇ ਨਾਲ, ਤਾਂ ਕਿ ਉਹ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਛੇਤੀ ਤੋਂ ਛੇਤੀ ਉਹ ਠੀਕ ਹੋ ਸਕੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, 1192 ਈਸਟ ਸੈਂਟਾ ਕਲਾਰਾ ਸਟਰੀਟ, ਸਨ ਹੋਜ਼ੇ ਦੇ ਉੱਪਰ। ਮੇਰਾ ਫੋਨ ਨੰਬਰ 4086871899। ਰੂਪਲ ਲਾਅ, ਐਫੀਸ਼ੀਐਂਟ ਲੀਗਲ ਸਰਵਿਸ ਪ੍ਰੋਵਾਈਡਰਸ। ਜਦੋਂ ਆਪਣੇ ਪੰਜਾਬੀ ਲੋਕਾਂ ਨੂੰ ਕੋਈ ਲੀਗਲ ਪ੍ਰੋਬਲਮ ਹੋ ਜਾਂਦੀ ਹੈ, ਉਹ ਗੋਰੇ ਵਕੀਲਾਂ ਕੋਲ ਜਾਂਦੇ ਨੇ ਜਾਂ ਕਾਲੇ ਵਕੀਲਾਂ ਕੋਲ ਜਾਂਦੇ ਨੇ, ਉਹਨਾਂ ਨੂੰ ਆਪਣੀਆਂ ਗੱਲਾਂ ਸਮਝਾਉਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। We specialize in immigration law, family law, civil litigation, wills and trusts. Clients ਨਾਲ open ਤੇ effective communication ਨਾਲ solve ਕਰਦੇ ਹਨ ਹਰ ਮੈਟਰ। ਮੈਂ ਚਾਹਨਾ ਕਿ ਜਿਹੜੇ ਆਪਣੇ ਇੱਥੋਂ ਦੇ ਪੰਜਾਬੀ ਲੋਕ ਨੇ ਜਾਂ ਇੰਡੀਅਨ ਲੋਕ ਨੇ, ਉਹਨਾਂ ਨੂੰ ਮੈਂ ਸਰਵ ਕਰਾਂ। Better solutions ਤੇ free consultation ਲਈ ਕਾਲ ਕਰੋ 9512412571। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਕਾਲੀਆਂ ਵਾਲੇ ਪਿੰਡ ਵਿੱਚ ਉਸ ਖੂਹ ਦੇ ਵਿੱਚੋਂ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਨਰ ਕੰਕਾਲ ਮਿਲੇ ਹਨ, ਪਿੰਜਰ ਮਿਲੇ ਹਨ, ਹਿਊਮਨ ਸਕੈਲਟਨਸ, ਔਰ ਜਿਹਦੇ ਵਿੱਚ ਕਾਫੀ ਸਿੱਕੇ ਵੀ ਔਰ 1 ਰੁਪਏ ਦੇ ਉਸ ਵੇਲੇ 1830 ਤੋਂ ਲੈ ਕੇ ਉਸ ਪੀਰੀਅਡ ਦੇ 1-1 ਰੁਪਏ ਦੇ ਈਸਟ ਇੰਡੀਆ ਕੰਪਨੀ ਦੇ ਸਿੱਕੇ ਮਿਲੇ ਹਨ, ਕਾਫੀ ਸੋਨੇ ਦੀਆਂ ਚੀਜ਼ਾਂ ਮਿਲੀਆਂ ਹਨ। ਉਹ ਸਾਰਾ ਕੁਝ ਕੁਦਰਤੀ ਤੌਰ ਦੇ ਉੱਤੇ ਉਹ ਦਰਸਾਉਂਦਾ ਹੈ ਇੱਕ ਬਹੁਤ ਵੱਡੀ ਟ੍ਰੈਜਡੀ ਔਰ ਇੱਕ ਘਟਨਾ ਜਿਹੜੀ ਹੈ ਉੱਥੇ ਵਾਪਰੀ ਔਰ ਹਕੂਮਤ ਵੱਲੋਂ, ਉਸ ਵੇਲੇ ਦੀ ਹਕੂਮਤ ਦੇ ਵੱਲੋਂ ਇਹ ਕੀਤਾ ਗਿਆ। ਸਵਾਲ ਇਹ ਘਟਨਾ ਜਾਂ ਇਹ ਜਿਹੜਾ ਇਸ਼ੂ ਹੈ, ਇਹ ਨਾ ਤਾਂ ਕਮਿਊਨਲ ਹੈ ਤੇ ਨਾ ਹੀ ਇਹ ਰਿਲੀਜੀਅਸ ਹੈ। ਇੱਕ ਪੰਜਾਬ ਦੀ ਧਰਤੀ ਦੇ ਉੱਤੇ ਉਸ ਖਿੱਤੇ ਦੇ ਵਿੱਚ ਅਗਰ ਕੋਈ ਘਟਨਾ ਵਾਪਰੀ ਹੈ, ਉਹਦੇ ਬਾਅਦ ਉਹਨਾਂ ਬੰਦਿਆਂ ਨੂੰ ਜਿਹੜੇ ਮਕਤੂਲ ਹਨ, ਜਿਹੜੇ ਵਿਕਟਮਸ ਹਨ, ਉਹ ਕੀ ਦਰਜਾ ਦਿੱਤਾ ਜਾਣਾ, ਨਹੀਂ ਦਿੱਤਾ ਜਾਣਾ, ਇਹ ਬਿਲਕੁਲ ਵੱਖਰਾ ਪ੍ਰਸ਼ਨ ਹੈ, ਬਿਲਕੁਲ ਵੱਖਰਾ ਸਵਾਲ ਹੈ। ਪਰ ਸਵਾਲ ਇਹ ਹੈ ਕਿ ਇਸ ਦੀ ਮੈਂ ਡਾਕਟਰ ਸਾਹਿਬ ਤੁਹਾਡੇ ਨਾਲ ਫਿਰ ਇੱਕ ਵਾਰੀ ਗੱਲ ਕਰਨੀ ਚਾਹਾਂਗਾ ਕਿ ਲੋੜ ਨਹੀਂ ਸੀ ਕਿ ਇਸ ਦੀ ਇਤਿਹਾਸਕ ਪੱਖੋਂ ਤੇ ਆਰਕੀਓਲੋਜੀਕਲ ਪੱਖੋਂ ਇਹਦੀ ਛਾਣਬੀਣ ਹੋਣੀ ਚਾਹੀਦੀ ਸੀ, ਨਾ ਕਿ ਇਸ ਨੂੰ ਪੋਲੀਟੀਕਲ ਤੇ ਕਮਿਊਨਲ ਤੇ ਰਿਲੀਜੀਅਸ ਬੇਸਿਸ ਦੇ ਉੱਤੇ ਉਸ ਪਾਸੇ ਤੋਰਨ ਦੀ ਕੋਸ਼ਿਸ਼ ਕੀਤੀ ਜਾਏ। ਦੇਖੋ ਗੱਲ ਇਹ ਹੈ, ਇਹ ਸਾਰੀ ਚੀਜ਼ ਆਪ ਮੁਹੰਦਰੇ ਹੋ ਰਹੀ ਹੈ ਜੀ। ਕੁਝ ਲੋਕ ਆਪਣੀ ਫੋਕੀ ਸ਼ੋਹਰਤ ਲੈਣ ਲਈ ਇਸ ਚੀਜ਼ ਨੂੰ ਤੋਲ ਦੇ ਰਹੇ ਆ ਜੀ ਜੀ। ਉਹ ਜਾ ਕੇ ਉੱਥੇ ਆਪਣੇ ਤੌਰ ਤੇ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ। ਕੱਲ ਵੀ ਮੇਰੀ ਇਸੇ ਤਰੀਕੇ ਨਾਲ ਇੱਕ ਚੈਨਲ ਤੇ ਡਿਬੇਟ ਸੀ ਜਿੱਥੇ ਸੁਰਿੰਦਰ ਕੋਚਰ ਹੁਣੀ ਵੀ ਸੀਗੇ ਜੀ। ਮੈਂ ਉਹਨਾਂ ਨੂੰ ਇਹ ਗੱਲ ਕਿਹਾ, ਮੈਂ ਕਿਹਾ ਤੁਸੀਂ ਪੰਜਾਬ ਦਾ ਵੀ ਆਰਕੀਓਲੋਜੀਕਲ ਡਿਪਾਰਟਮੈਂਟ ਆ ਜੀ, ਦਿੱਲੀ ਦਾ ਬਹੁਤ ਵੱਡਾ ਆਰਕੀਓਲੋਜੀਕਲ ਡਿਪਾਰਟਮੈਂਟ ਆ ਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਡਿਪਾਰਟਮੈਂਟ ਆ ਆਰਕੀਓਲੋਜੀ ਦਾ। ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਡਿਪਾਰਟਮੈਂਟਸ ਨੂੰ ਅਪਰੋਚ ਕਰਦੇ। ਉਹ ਕਹਿੰਦੇ ਜੀ ਅਸੀਂ ਅਪਰੋਚ ਕੀਤਾ ਸੀ, ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੇ ਨਹੀਂ ਗੱਲ ਸੁਣੀ ਤੁਹਾਨੂੰ ਹਾਈ ਕੋਰਟ ਜਾਣਾ ਚਾਹੀਦਾ ਸੀ ਵੀ ਇਸ ਕਿਸਮ ਦਾ ਅੰਦੇਸ਼ਾ ਹੈ, ਉੱਥੇ ਇੰਨੀਆਂ ਕਿਸਮ ਦੀਆਂ ਇੰਨੀਆਂ ਕਲਾਸਾਂ ਹੋ ਸਕਦੀਆਂ ਜੀ, ਤਾਂ ਉਹ ਤੁਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਹਾਈ ਕੋਰਟ ਉਹਨਾਂ ਨੂੰ ਡਾਇਰੈਕਸ਼ਨ ਦਿੰਦਾ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਉਸ ਦੀ ਐਕਸਕੇਵੇਸ਼ਨ ਹੁੰਦੀ ਜੀ। ਬਦਕਿਸਮਤੀ ਨਾਲ ਉਹ ਹੋ ਨਹੀਂ ਸਕੀ। ਤੁਸੀਂ ਆਪ ਖਾਂਦਰੇ ਕਿਉਂਕਿ ਤੁਹਾਡੀ ਉਸ ਹੁਣ ਮੈਂ ਹਿਸਟਰੀ ਦਾ ਵਿਦਿਆਰਥੀ ਹਾਂ, ਮੈਂ 35 ਸਾਲ ਯੂਨੀਵਰਸਿਟੀ 'ਚ ਹਿਸਟਰੀ ਦੀ ਜੌਬ ਕੀਤੀ ਆ, ਮੈਨੂੰ ਆਰਕੀਓਲੋਜੀ ਦੀ ਕੋਈ ਨੌਲੇਜ ਨਹੀਂ ਜੀ। ਇਹ ਇੱਕ ਆਪਣਾ ਸੈਪਰੇਟ ਕਿਸਮ ਦੀ ਸਪੈਸ਼ਲਾਈਜੇਸ਼ਨ ਹੈ ਜੀ। ਜਿਸ ਤਰ੍ਹਾਂ ਕੋਈ ਬੰਦਾ ਕਹੇ ਵੀ ਅੱਖਾਂ ਵਾਲੇ ਡਾਕਟਰ ਨੂੰ ਕਹੋ ਜੀ ਲਓ ਜੀ ਤੂੰ ਆਰਥੋ ਦੀ ਗੋਡਿਆਂ ਦਾ ਆਪਰੇਸ਼ਨ ਕਰਦੇ, ਉਹ ਕਰ ਸਕਦਾ ਨਹੀਂ ਕਰ ਸਕਦਾ ਨਾ। ਇਸ ਤਰ੍ਹਾਂ ਗੋਡਿਆਂ ਦਾ ਆਪਰੇਸ਼ਨ ਕਰਨ ਵਾਲੇ ਨੂੰ ਕਹੋ ਵੀ ਅੱਖਾਂ ਦੇ ਵਿੱਚ ਤੂੰ ਮੇਰਾ ਕੈਟਰੈਕਟ ਦਾ ਆਪਰੇਸ਼ਨ ਕਰਦੇ, ਨਹੀਂ ਕਰ ਸਕਦਾ। ਦਿਸ ਇਜ਼ ਐਨ ਏਜ ਆਫ ਸਪੈਸ਼ਲਾਈਜੇਸ਼ਨ
ਐਂਡ ਮਾਈਕਰੋ ਸਪੈਸ਼ਲਾਈਜੇਸ਼ਨ ਜੀ 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 ਔਰ ਸੁਪਰ ਸਪੈਸ਼ਲਾਈਜੇਸ਼ਨ ਜੀ ਅੱਜ ਦਾ ਜਿਹੜਾ ਯੁੱਗ ਹੈ ਉਸ ਦੇ ਵਿੱਚ ਇੱਕ ਆਦਮੀ ਉਸੇ ਫੀਲਡ ਦੇ ਸਾਰੇ ਕੰਮ ਨਹੀਂ ਕਰ ਸਕਦਾ। ਹਾਂਜੀ ਹਾਂਜੀ ਪਰ ਉਹਨਾਂ ਨੇ ਆਪ ਮਹੰਦਰੇ ਉਸ ਨੂੰ ਕਿਹਾ ਵੀ ਜਲਦੀ ਤੋਂ ਜਲਦੀ ਇਸ ਨੂੰ ਕੱਢ ਕੇ, ਤਾਂ ਉਹਨਾਂ ਦੀਆਂ ਫੋਟੋਆਂ ਵੀ ਆ ਗਈਆਂ ਅਖਬਾਰਾਂ ਦੇ ਵਿੱਚ, ਉਹਨਾਂ ਦੀਆਂ ਖਬਰਾਂ ਵੀ ਲੱਗ ਗਈਆਂ ਅਖਬਾਰਾਂ ਦੇ ਵਿੱਚ, ਲੇਕਿਨ ਉਹਦਾ ਨਤੀਜਾ ਸਹੀ ਨਹੀਂ ਨਿਕਲਿਆ। ਹਾਂਜੀ ਹੁਣ ਇਹ ਚਾਹੀਦਾ ਸੀ ਕਿ ਆਰਕੀਓਲੋਜੀ ਡਿਪਾਰਟਮੈਂਟ ਇਹ ਕੰਮ ਕਰਦਾ ਔਰ ਉਹ ਆਰਕੀਓਲੋਜੀ ਡਿਪਾਰਟਮੈਂਟ ਤੋਂ ਬਾਅਦ ਐਵੀਡੈਂਸ ਲਿਆਂਦਾ ਜਾਂਦਾ ਨੈਸ਼ਨਲ ਆਰਕਾਈਵਜ਼ ਦੇ ਵਿੱਚੋਂ। ਹੁਣ ਜਿਸ ਤਰ੍ਹਾਂ ਕੂਪਰ ਨੇ ਤੁਸੀਂ ਉਹਦਾ ਰੈਫਰੈਂਸ ਦਿੱਤਾ, ਡਿਪਟੀ ਕਮਿਸ਼ਨਰ ਸੀਗੇ ਜਿਹੜੇ ਉਸ ਵੇਲੇ, ਉਸ ਡਿਪਟੀ ਕਮਿਸ਼ਨਰ ਨੇ ਜਿਹੜੇ ਆਰਡਰ ਦਿੱਤੇ ਹਾਂਜੀ ਉਹ ਜ਼ਰੂਰ ਉਸ ਦੇ ਰੂਟ ਹੋਏ ਹੋਣੇ ਗਵਰਨਮੈਂਟ ਦੇ ਸਾਰੇ ਸਿਸਟਮ ਦੇ ਵਿੱਚ ਦੀ, ਔਰ ਉਹ ਅੱਗੇ ਮਿਲਟਰੀ ਨੇ ਜਿਹੜਾ ਉਸ ਤੇ ਐਕਸ਼ਨ ਲਿਆ ਤਾਂ ਮਿਲਟਰੀ ਨੇ ਵੀ ਉਸ ਦੇ ਉੱਤੇ ਆਪਣਾ ਐਵੀਡੈਂਸ ਦਿੱਤਾ ਹੋਣਾ ਵੀ ਉੱਥੇ ਇੰਨੇ ਬੰਦੇ ਸੀ, ਐ ਹੋਇਆ ਉਹ ਹੋਇਆ, ਸਾਰੀ ਡਿਟੇਲ ਉਹਨਾਂ ਨੇ ਲਿਖੀ ਹੋਈ। ਅੰਗਰੇਜ਼ਾਂ ਦੀ ਖਾਸੀਅਤ ਸੀ ਕਿ ਉਹ ਹਰ ਚੀਜ਼ ਨੂੰ ਬੜੀ ਡਿਟੇਲ ਚ ਲੈਂਦੇ ਸੀ। ਹੁਣ ਇਸੇ ਤਰ੍ਹਾਂ ਜਿਸ ਤਰ੍ਹਾਂ ਬਲੂ ਸਟਾਰ ਦੇ ਉੱਤੇ ਮਾਰਗਰੇਟ ਥੈਚਰ ਦੀ ਜਿਹੜੀ ਚੀਜ਼ ਆ ਉਹ ਆ ਗਈ ਹੈ ਸਾਹਮਣੇ, ਡੀਕੋਡ ਹੋ ਗਏ ਜੀ। ਇਹ ਸਾਰਾ ਐਵੀਡੈਂਸ ਮੈਨੂੰ ਯਕੀਨ ਆ ਨੈਸ਼ਨਲ ਆਰਕਾਈਵਜ਼ ਦੇ ਵਿੱਚ ਦਿੱਲੀ, ਨਹਿਰੂ ਮਿਊਜ਼ੀਅਮ ਦੇ ਵਿੱਚ ਦਿੱਲੀ ਜੀ, ਇਸੇ ਤਰ੍ਹਾਂ ਸਟੇਟ ਆਰਕਾਈਵਜ਼ ਪੰਜਾਬ ਦੇ ਵਿੱਚ ਜੀ, ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ ਲੰਡਨ ਦੇ ਵਿੱਚ, ਇੰਡੀਆ ਆਫਿਸ ਲਾਇਬ੍ਰੇਰੀ ਦੇ ਵਿੱਚ, ਔਰ ਜਿਹੜੇ ਉਹਨਾਂ ਦੇ ਪਾਕਿਸਤਾਨ ਦੇ ਆਰਕਾਈਵਜ਼ ਆ ਲਾਹੌਰ ਦੇ ਵਿੱਚ, ਉਹਨਾਂ ਵਿੱਚ ਬਹੁਤ ਸਾਰਾ ਮਟੀਰੀਅਲ ਹੋਏਗਾ ਇਸ ਨਾਲ ਰਿਲੇਟਡ ਜੀ। ਕੂਪਰ ਦੇ ਕੋਲ ਤਾਂ ਥੋੜਾ ਜਿਹਾ ਐਵੀਡੈਂਸ ਹੈ ਨਾ, ਉਸ ਦੀਆਂ ਹਰ ਪਰਤਾਂ ਉਹ ਤੁਹਾਨੂੰ ਲੱਭ ਜਾਣਗੀਆਂ। ਉਹਨਾਂ ਦਾ ਇਹ ਜਿਹੜਾ ਫਿਜ਼ੀਕਲ ਐਵੀਡੈਂਸ ਕੋਰੋਬੋਰੇਟ ਕਰੋ ਤੁਸੀਂ, ਜਿਹੜਾ ਉਸ ਵੇਲੇ ਦਾ ਕੰਟੈਂਪਰੇਰੀ ਪੀਰੀਅਡ ਦਾ ਐਵੀਡੈਂਸ ਤੁਹਾਨੂੰ ਇਹਨਾਂ ਸੋਰਸਿਸ ਤੋਂ ਮਿਲ ਜਾਏਗਾ ਜੀ। ਉਸ ਤੋਂ ਬਾਅਦ ਤੁਸੀਂ ਇੱਕ ਰੀਸਟਰਕਚਰ ਕਰੋ, ਰੀਕਨਸਟਰਕਟ ਕਰੋ ਇਸ ਇਵੈਂਟ ਨੂੰ ਜੀ, ਔਰ ਉਹ ਜਿਹੜੀ ਇਵੈਂਟ ਜਦੋਂ ਰੀਕਨਸਟਰਕਟ ਹੋਏਗੀ ਤਾਂ ਲੋਕ ਉਸ ਦੇ ਨਾਲ ਮਤਲਬ ਯਕੀਨਨ ਤੌਰ ਦੇ ਉੱਤੇ ਕਨਵਿੰਸ ਹੋਣਗੇ ਜੀ। ਡਾਕਟਰ ਸਾਹਿਬ ਇਹਦੇ 'ਚ ਇਹ ਦੱਸੋ, ਜੋ ਕਿ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੀ ਛਾਣਬੀਣ ਹੋਣੀ ਚਾਹੀਦੀ ਹੈ, ਇਹਦਾ ਉਹ ਕਹਿੰਦਾ ਇਹ ਵੀ ਹੋਣਾ ਚਾਹੀਦਾ, ਉਹ ਵੀ ਹੋਣਾ ਚਾਹੀਦਾ, ਪਰ ਹੁੰਦਾ ਨਹੀਂ। ਸਰਕਾਰਾਂ ਜਿਹੜੀਆਂ ਬਿਲਕੁਲ ਚੁੱਪ ਬੈਠੀਆਂ ਹੁੰਦੀਆਂ, ਲੋਕਾਂ ਨੂੰ ਆਪ ਮੁਹਾਰੇ ਕਰਨ ਦਿੰਦੀਆਂ। ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੀ ਉੱਚਾ ਪਿੰਡ ਸੰਘੌਲ ਦੀ ਸਾਰੀ ਉਹ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਕੀਤੀ ਐਕਸਕੇਵੇਸ਼ਨ, ਕਿ ਪੰਜਾਬ ਸਰਕਾਰ ਅਗਰ ਨਹੀਂ ਕਰਦੀ, ਅਗਰ ਉਹਨਾਂ ਨੇ ਚੁੱਪ ਹੈ ਜਾਂ ਕੇਂਦਰ ਸਰਕਾਰ ਵੀ ਨਹੀਂ ਕਰਦੀ, ਤਾਂ ਕੋਈ ਐਸੀ ਆਰਗੇਨਾਈਜੇਸ਼ਨ ਨਹੀਂ ਜਿਹੜੀ ਕਿ ਇਸ ਨੂੰ ਆਪਣੇ ਹੱਥ ਵਿੱਚ ਲੈ ਕੇ ਇਹਦੀ ਕਰੇ, ਕਿਉਂਕਿ ਪੰਜਾਬ ਦੇ ਨਾਲ ਇਹ ਘਟਨਾ ਵਾਪਰੀ ਹੋਈ ਹੈ, ਪੰਜਾਬ ਦੇ ਨਾਲ ਜੁੜੀ ਹੈ, ਜਿਹੜੀ ਕਿ ਮੀਆਂ ਮੀਰ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈ। ਸੋ ਪੂਰੇ ਅਣਬਟੇ ਪੰਜਾਬ ਦਾ ਇਹ ਮਾਮਲਾ ਹੈਗਾ। ਹਾਂਜੀ ਹਾਂਜੀ, ਉਸ ਮੈਂ ਇਹੀ ਗੱਲ ਕਹਿ ਰਿਹਾ, ਮੈਂ ਤੁਹਾਨੂੰ ਕਿਹਾ ਪੰਜਾਬ ਯੂਨੀਵਰਸਿਟੀ ਦਾ ਆਰਕੀਓਲੋਜੀ ਦਾ ਡਿਪਾਰਟਮੈਂਟ ਹੈ ਜੀ, ਮੈਂ ਉਸ ਨਾਲ ਦੇ ਸਿਸਟਰ ਡਿਪਾਰਟਮੈਂਟ 'ਚ ਉੱਥੇ 30-35 ਸਾਲ ਕੰਮ ਕੀਤਾ ਜੀ। ਉੱਥੇ ਬੰਦੇ ਪਹਿਲਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਵਿਚਾਰਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਵੀ ਆਰਕੀਓਲੋਜੀ ਕੋਈ ਚੀਜ਼ ਹੈ, ਤਾਂ ਪੰਜਾਬ ਯੂਨੀਵਰਸਿਟੀ ਦੇ ਉਸ ਡਿਪਾਰਟਮੈਂਟ ਦੇ ਵਿੱਚੋਂ ਉੜੀਸਾ ਤੋਂ ਹੋਰ ਇਧਰੋਂ ਉਧਰੋਂ ਬੰਦੇ ਲਿਆ ਕੇ ਲਾਏ ਗਏ ਸੀਗੇ। ਇਹ ਸਾਰੀ ਚੀਜ਼ ਜਿਹੜੀ ਆ ਉਹਨਾਂ ਨੂੰ ਅਪਰੋਚ ਕੀਤਾ ਜਾ ਸਕਦਾ ਸੀ ਵੀ ਭਾਈ ਤੁਸੀਂ ਚਲੋ ਸਾਨੂੰ ਗਾਈਡ ਕਰੋ, ਅਸੀਂ ਕਿਸ ਤਰ੍ਹਾਂ ਦੀ ਐਕਸਕੇਵੇਸ਼ਨ ਕਰੀਏ ਜੀ ਜੀ ਜੀ। ਉਸ ਐਕਸਕੇਵੇਸ਼ਨ ਦੇ ਵਿੱਚ ਵੀ ਐਵੀਡੈਂਸ ਅਵੇਲੇਬਲ ਹੋ ਜਾਂਦੇ ਆ ਜੇ ਉਹਨਾਂ ਤੋਂ ਕਰਾਈ ਜਾਂਦੀ ਜੀ ਜੀ ਜੀ। ਪਰ ਇਹ ਹੋਈ ਮਤਲਬ ਹੈਪੇਜ਼ਲ ਤਰੀਕੇ ਨਾਲ, ਅਨਪ੍ਰੋਫੈਸ਼ਨਲ ਤਰੀਕੇ ਨਾਲ, ਨਾਨ ਟੈਕਨੀਕਲ ਇਹਦੇ ਵਿੱਚ ਚੀਜ਼ਾਂ ਯੂਜ਼ ਕੀਤੀਆਂ ਗਈਆਂ। ਹਾਂਜੀ, ਉਹ ਹੁਣ ਇਸ ਦੀ ਕ੍ਰੈਡੀਬਿਲਿਟੀ ਆ ਜਿਹੜੀ ਪਹਿਲੀ ਗੱਲ ਉਹੀ ਡਾਊਟਫੁਲ ਹੋ ਗਈ। ਨਹੀਂ, ਕ੍ਰੈਡੀਬਿਲਿਟੀ ਤੇ ਡਾਕਟਰ ਸਾਹਿਬ ਇਹ ਤਾਂ ਪੱਕਾ ਹੈ ਨਾ ਕਿ ਦੇਖੋ ਇੰਨੇ ਕੰਕਾਲ ਮਿਲੇ ਤੇ ਉਹ ਫੌਜੀਆਂ ਦੇ ਹੀ ਹੈ ਔਰ ਉੱਥੇ ਦੇ ਹੀ ਹੈ, ਭਾਵੇਂ ਇਸ ਦੀ ਬਾਅਦ ਵਿੱਚ ਹੋਏ ਇੰਨੀ ਵੱਡੀ ਗਿਣਤੀ ਦੇ ਵਿੱਚ। ਔਰ ਇਹ ਵੀ ਹੋਇਆ ਕਿ ਉਹ ਜਿਹੜੇ ਉਹਨਾਂ ਦੀ ਬਣਤਰ ਹੈ, ਜਿਹੜੇ ਉਹਨਾਂ ਦਾ ਰੂਪ ਹੈ, ਉਹ ਪੰਜਾਬੀਆਂ ਵਾਲਾ ਨਹੀਂ ਹੈ, ਇਹ ਵੀ ਹੈਗਾ। ਹਾਂਜੀ, ਹੈ ਨਾ ਜੀ। ਉਹ ਕਿਸ ਤਰ੍ਹਾਂ ਪਤਾ ਲੱਗਿਆ ਵੀ ਉਹ ਪੰਜਾਬੀਆਂ ਵਾਲਾ ਨਹੀਂ ਹੈ? ਜੋ ਅਖਬਾਰੀ ਰਿਪੋਰਟਾਂ ਦੇ ਦੱਸ ਰਹੇ ਆ। ਹਾਂਜੀ, ਉਹੀ ਤਾਂ ਚੀਜ਼ ਹੈ ਜੀ ਜਿਹੜੀ ਕਿ ਡਿਟਰਮਿਨ ਕਰਨੀ ਸੀ। ਮੈਂ ਉਹੀ ਗੱਲ ਕਹਿ ਰਿਹਾ ਜੀ, ਲਾਜ਼ਮੀ ਤੌਰ ਦੇ ਉੱਤੇ ਜੇ ਉਹ ਆਰਮੀ ਦੇ ਬੰਦੇ ਸੀ, ਉਹਨਾਂ ਦੇ ਨਾਂ, ਉਹਨਾਂ ਦੀਆਂ ਸਾਰੀਆਂ ਡਿਟੇਲ ਉਸ ਵੇਲੇ ਦੇ ਕੰਟੈਂਪਰੇਰੀ ਪੀਰੀਅਡ 'ਚ ਹੋਣੀ ਹੈ। ਜਿਹੜੇ ਫੌਜੀ ਭੱਜੇ, ਫਰਜ਼ ਕਰੋ ਹਾਈਪੋਥੈਟਿਕਲੀ ਲਓ, ਜਿਹੜੇ ਫੌਜੀ ਭੱਜੇ ਆ ਮੀਆਂ ਮੀਰ ਤੋਂ, ਉਹਨਾਂ ਦਾ ਤਾਂ ਸਾਰਾ ਰਿਕਾਰਡ ਉਸ ਵੇਲੇ ਦੀ ਫੌਜ ਦੇ ਵਿੱਚ ਹੋਏਗਾ ਵੀ ਕੌਣ ਆਦਮੀ ਬਿਲਕੁਲ ਹੋਏਗਾ, ਕੀ ਉਹਦਾ ਬਾਪ ਦਾ ਨਾਮ ਆ, ਕੀ ਉਹਦੀ ਪਿਛੋਕੜ ਆ, ਕੀ ਉਹਦਾ ਜਾਤ ਪਾਤ ਵੀ ਉਸ ਵੇਲੇ ਹੁੰਦੀ, ਸਾਰਾ ਕੁਝ ਹੁੰਦਾ ਸੀ ਉਹਦੇ ਵਿੱਚ ਰੈਫਰੈਂਸ। ਜੀ ਜੀ ਜੀ। ਸੋ ਅਖੀਰ ਦੇ ਵਿੱਚ ਤੁਹਾਨੂੰ ਲੱਗਦਾ ਹੈਗਾ ਕਿ
ਅਸੀਂ ਇਹ ਤਾਂ ਕਰ ਰਹੇ ਹਾਂ, ਇੱਛਾ ਜ਼ਾਹਿਰ ਕਰ ਰਹੇ ਹਾਂ ਕਿ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ, ਪਰ ਕੀ ਹੋਏਗਾ ਇਹ ਇੱਕ ਛੋਟੇ ਜਿਹੇ ਸਵਾਲ ਦਾ ਤੁਸੀਂ ਜਵਾਬ ਦੇਣਾ, ਪਰ ਬੇਨਤੀ ਹੈ ਇੱਕ ਵਕਫੇ ਦੇ ਬਾਅਦ। ਚਲੋ ਠੀਕ, ਇੱਕ ਵਕਫੇ ਦੇ ਬਾਅਦ। ਹਾਂਜੀ। चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी, वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। Sahil, America's favorite fashion store. Visit our showroom in Chicago and New Jersey or online at sahil.com. अपने देश की सभ्यता, अपने ही लोग, अपनी मातृभूमि आपके पास लाते हुए अपने देश की हर ग्रोसरी आपका अपना बाजार। Apna Bazaar, cash and carry, with locations in New York and New Jersey. The latest Apna Bazaar location and the largest Indian grocery store in New York is now open in Hicksville. Apna Bazaar. Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. कुनाल ज्वेलर दे गहने, वाह पई वाह क्या कहने। गहनियां नाल भर ले जाओ, घरवाली नूं हूर बनाओ। कुनाल ज्वेलर ते आओ, गहनियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कॉइन्स, डायमंड कट बैंगल्स आर्डर ते तैयार करदे हां। गहनियां दी रिपेयर भी ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200। याद रखो, कुनाल ज्वेलर, 37-08 74 स्ट्रीट, जैक्सन हाइट्स, न्यूयॉर्क। हाथों की अपनी दास्तां होती है, कभी सृष्टि तो कभी विनाश। ये देखती हैं, कभी ये सहारा तो कभी विश्वास। सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है 2 वक्त की रोटी तो वो जरूर हो शक्ति भोग आटे से बनी, अपने देश का नंबर 1 आटा। ਪੰਜਾਬੀਆਂ ਦੀ ਪਪੂਲਰ ਡਿਮਾਂਡ ਨੂੰ ਦੇਖਦਿਆਂ ਸਾਮਰਾ ਪ੍ਰੋਡਿਊਸ ਐਕਸਪ੍ਰੈਸ ਖੁੱਲ ਗਿਆ ਹੁਣ ਆਰਟੀਸੀਆ ਕੈਲੀਫੋਰਨੀਆ ਵਿੱਚ। ਫਰੈਸ਼ ਸੀਜ਼ਨਲ ਵੈਜੀਟੇਬਲਸ, ਫਰੂਟਸ ਤੇ ਇੰਡੀਅਨ ਗਰੋਸਰੀਜ਼ ਦਾ ਖਜ਼ਾਨਾ। Everyday fresh produce directly from the farm. Religious events ਤੇ restaurants ਲਈ special prices. For shipping all over US and Canada, call 213-486-0086. Samra Produce, number 1 wholesale distributor ਪੂਰੇ ਅਮਰੀਕਾ ਤੇ ਕੈਨੇਡਾ ਵਿੱਚ। This ad is sponsored by Samra Produce.
चाहे शानदार कार दा होवे या ऑफिस दा, सच करता है सहारा कंस्ट्रक्शंस, जिथे रेजिडेंशियल, कमर्शियल, न्यू हाउस कंस्ट्रक्शन, मॉडिफिकेशन, फ्रेमिंग, एक्सटेंशन, डॉर्मर, रेनोवेशन, इंटीरियर या एक्सटीरियर हर तरह की सुविधा अवेलेबल है। साडा पता है 25312 85 एवेन्यू, बेलरोज, नाए 11426। और जानकारी ਲਈ 102 फैमिली कस्टमाइज्ड हाउसेस ਲਈ ਅਤੇ फ्री एस्टीमेट ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕੰਟੈਕਟ ਨੰਬਰ 7188316970 and 7182855945। ਇਹਨਾਂ ਨੰਬਰਸ ਤੇ ਤੁਸੀਂ फ्री एस्टीमेट ਲਈ ਵੀ ਕਾਲ ਕਰ ਸਕਦੇ ਹੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਨਾਮਵਰ ਇਤਿਹਾਸਕਾਰ ਜੁੜੇ ਹੋਏ ਹਨ ਔਰ ਜਿਹੜੇ ਕਿ ਕਾਲਿਆਂ ਵਾਲੀ ਅਜਨਾਲਾ ਦੇ ਵਿੱਚ ਉਸ ਖੂਹ ਦੇ ਵਿੱਚੋਂ ਜਿਹੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਨਰ ਕੰਕਾਲ ਪਿੰਜਰ ਮਿਲੇ ਹਨ ਉਹਦੇ ਬਾਰੇ ਜਾਣਕਾਰੀ ਦੇ ਰਹੇ ਸਨ ਇਤਿਹਾਸਕ ਪੱਖੋਂ। ਤੇ ਡਾਕਟਰ ਸਾਹਿਬ, ਕੁਦਰਤੀ ਤੌਰ ਦੇ ਉੱਤੇ ਜਿਹੜਾ ਸਿੱਖ ਰਾਜ ਤੋਂ ਜਾਣ ਤੋਂ ਬਾਅਦ ਦਾ ਸਮਾਂ ਹੈ ਉਹ ਬੜਾ ਹੀ ਜੁਗਗਰਦੀ ਸੀ ਔਰ ਉਹਦੇ ਵਿੱਚ ਕਈ ਤਬਦੀਲੀਆਂ ਆਈਆਂ। ਪਹਿਲੇ ਸਿੱਖਾਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਔਰ ਬਾਅਦ ਵਿੱਚ ਫਿਰ ਅੰਗਰੇਜ਼ ਕਾਮਯਾਬ ਹੋ ਗਏ ਉਹਨਾਂ ਸਿੱਖਾਂ ਨੂੰ ਆਪਣੇ ਨਾਲ ਲਿਜਾ ਕੇ ਤੇ ਉਹਨਾਂ ਨੂੰ ਆਪਣੇ ਨਾਲ ਵੀ ਕਰ ਲਿਆ। ਇਹ ਪੀਰੀਅਡ ਦਾ ਇਤਿਹਾਸ ਅਜੇ ਕਾਫੀ ਅਣਗੋਲਿਆ ਔਰ ਖਾਸ ਕਰਕੇ ਇਸ ਤਰ੍ਹਾਂ ਦੀ ਜਿਹੜੀਆਂ ਵੱਡੀ ਗਿਣਤੀ ਦੇ 'ਚ ਪਿੰਜਰ ਮਿਲਣੇ। ਸੋ ਤੁਹਾਨੂੰ ਲੱਗਦਾ ਹੈ ਕਿਉਂਕਿ ਇਸ ਨੂੰ ਪਹਿਲੀ ਗੱਲ ਤਾਂ ਧਾਰਮਿਕ ਜਾਂ ਕਮਿਊਨਲ ਰੰਗਤ ਦੇਣ ਦੀ ਬਜਾਏ ਇਹਨੂੰ ਨਿਰੋਲ ਇਤਿਹਾਸਕ ਪੱਖੋਂ ਇਹਦੀ ਜਾਣਕਾਰੀ ਪੁਣਛਾਣ ਹੋਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਹੈ ਕਿ ਆਰਕੀਓਲੋਜੀਕਲ, ਪੁਰਾਤੱਤਵ ਵਿਭਾਗ ਜਾਂ ਇਤਿਹਾਸ ਵਿਭਾਗ ਜਿਹੜੇ ਹੈ ਇਹਦੇ ਤੇ ਕਾਰਵਾਈ ਕਰਨਗੇ ਔਰ ਕੀ ਇਹੀ ਹੋਣਾ ਚਾਹੀਦਾ ਜਾਂ ਹੋਰ ਕੀ ਹੋ ਸਕਦਾ ਹੈਗਾ? ਦੇਖੋ ਜੀ, ਹੋਣਾ ਤਾਂ ਇਹੀ ਚਾਹੀਦਾ ਜੀ, ਕਿਉਂਕਿ ਇਸ ਲਈ ਜੋ ਮਤਲਬ ਇੱਥੇ ਜੋ ਉਹਨਾਂ ਨੇ ਐਕਸਕੈਵੇਸ਼ਨ ਕੀਤੀ ਆ ਉਸ ਦੀ ਜਿਹੜੇ ਪ੍ਰੋਫੈਸ਼ਨਲ ਹੱਥਾਂ ਵਿੱਚ ਆ ਕੇ ਉਸ ਜੋ ਐਵੀਡੈਂਸ ਲਓ ਜੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਉਹਨਾਂ ਦੇ ਕੋਈ ਹੋ ਸਕਦਾ ਕੋਈ ਰਿਲੀਜੀਅਸ ਸਿੰਬਲ, ਜਿਸ ਤਰ੍ਹਾਂ ਕੋਈ ਕਿਸੇ ਦੇ ਕੋਈ ਮਾਲਾ ਪਾਈ ਹੋਵੇ ਉਹਦੇ ਤੇ ਕੋਈ ਨਿਸ਼ਾਨ ਹੁੰਦੇ ਕਈ ਵਾਰੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਚੀਜ਼ਾਂ ਹੁੰਦੀਆਂ, ਉਹਨਾਂ ਸਾਰੀਆਂ ਚੀਜ਼ਾਂ ਤੋਂ ਐਵੀਡੈਂਸ ਕਰਨਾ ਚਾਹੀਦਾ ਜੀ। ਫਿਰ ਉਸ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਆ ਜਿਸ ਤਰ੍ਹਾਂ ਦੇ ਉੱਥੇ ਦੇ ਡਿਪਟੀ ਕਮਿਸ਼ਨਰ ਨੇ ਜੋ ਆਰਡਰ ਕੀਤਾ ਹਾਂਜੀ, ਉਸ ਆਰਡਰ ਦੀ ਕੰਪਲਾਇੰਸ ਜਿਹੜੀ ਆ ਉਹ ਵੀ ਤਾਂ ਮਤਲਬ ਲਿਖਤੀ ਰੂਪ ਦੇ ਵਿੱਚ ਅਵੇਲੇਬਲ ਹੋਏਗੀ ਜੀ। ਔਰ ਜਿਹੜੀ ਉਹਨਾਂ ਦੀ ਹਾਇਰ ਅਥਾਰਟੀਜ਼ ਆ ਜਾਂ ਲੋਅਰ ਅਥਾਰਟੀਜ਼ ਆ ਉਹਨਾਂ ਨੇ ਵੀ ਕੋਈ ਲਿਖ ਕੇ ਦਿੱਤਾ ਹੋਊ ਵੀ ਆਹ ਇਵੈਂਟ ਦੇ ਹੋਣ ਤੋਂ ਬਾਅਦ ਵੀ ਸਾਰੀਆਂ ਚੀਜ਼ਾਂ ਲਿਖਤੀ ਰੂਪ ਦੇ ਵਿੱਚ ਆਉਂਦੀਆਂ। ਨਾਲੇ ਉਹਨਾਂ ਦਾ ਇੱਕ ਆਰਗੇਨਾਈਜ਼ਡ ਸਿਸਟਮ ਸੀ ਅੰਗਰੇਜ਼ਾਂ ਦਾ, ਤਾਂ ਹੀ ਉਹ ਇੱਥੇ ਸਕਸੈਸਫੁਲੀ ਐਡਾ ਬੜਾ ਐਮਪਾਇਰ ਬਿਲਡ ਕਰ ਸਕੇ ਜੀ। ਤਾਂ ਉਹ ਸਾਰੇ ਐਵੀਡੈਂਸ ਜਿਹੜੇ ਹੈ ਮਿਹਨਤ ਕਰਕੇ ਉਹਨਾਂ ਨੂੰ ਕੱਢਣਾ ਚਾਹੀਦਾ ਔਰ ਲਿਆ ਕੇ ਸਾਹਮਣੇ ਲੋਕਾਂ ਦੇ ਰੱਖਣਾ ਚਾਹੀਦਾ ਔਰ ਉਸ ਦੀ ਇੱਕ ਬਾਦਲੀਲ ਕਨਵਿੰਸਿੰਗ ਡਾਕੂਮੈਂਟ ਤਿਆਰ ਕਰਨਾ ਚਾਹੀਦਾ ਜਿਹਦੇ ਨਾਲ ਲੋਕਾਂ ਨੂੰ ਇੱਕ ਮੈਸੇਜ ਕਨਵੇ ਹੋ ਜੀ ਆ ਹੋਈ ਇਵੈਂਟ ਜੀ। ਤੇ ਤੁਹਾਨੂੰ ਲੱਗਦਾ ਹੈ ਕਿ ਬ੍ਰਿਟਿਸ਼ ਗਵਰਨਮੈਂਟ ਵੀ ਇਹਦੇ ਤੇ ਕੁਝ ਕਾਰਵਾਈ ਕਰੇਗੀ ਕਿਉਂਕਿ ਇਸ ਤਰ੍ਹਾਂ ਖਬਰਾਂ ਦੇ ਵਿੱਚ ਆਉਣ ਕਰਕੇ ਉਹਨਾਂ ਦਾ ਨਾਮ ਚਾਹੀਦਾ, ਉਹਨਾਂ ਦੀ ਇਹ ਮੋਰਲ ਆਬਲੀਗੇਸ਼ਨ ਹੈ ਜੀ ਜੀ। ਉਹਨਾਂ ਦੇ ਰਾਜ ਦੇ ਵਿੱਚ ਇਤਨਾ ਕਤਲੋ ਗਾਰਤ ਹੋਈ ਜੀ, ਇਸ ਤਰੀਕੇ ਨਾਲ ਲੋਕਾਂ ਨੂੰ ਬਗੈਰ ਟਰਾਇਲ ਤੋਂ ਕੀ ਉਹਨਾਂ ਦੀ ਟਰਾਇਲ ਹੋਈ, ਸਮਰੀ ਟਰਾਇਲ ਹੋਈ, ਕਿਸ ਤਰ੍ਹਾਂ ਹੋਈ ਕਿ ਮਾਰਸ਼ਲ ਲਾ ਉਹਨਾਂ ਦੇ ਕੀ ਗੱਲ ਹੋਈ ਜੀ, ਉਹ ਸਾਰੀ ਚੀਜ਼ ਅੰਗਰੇਜ਼ਾਂ ਨੂੰ ਜਵਾਬ ਦੇਣਾ ਚਾਹੀਦਾ ਉਸ ਗੱਲ ਦਾ ਜੀ। ਇਹਦਾ ਮਤਲਬ ਅੰਗਰੇਜ਼ਾਂ ਜੀ ਉਹ ਸਰਕਾਰ ਲੈਵਲ ਤੇ ਹੀ ਕਿਹਾ ਜਾ ਸਕਦਾ ਨਾ, ਇੰਡੀਵਿਜੂਅਲ ਲੈਵਲ ਤੇ ਤੁਸੀਂ ਉਹਨਾਂ ਨੇ ਕੀ ਉਸ ਦੀ ਤਾਂ ਉਹਨਾਂ ਨੇ ਕੋਈ ਐਕਨੋਲੇਜਮੈਂਟ ਵੀ ਨਹੀਂ ਕਰਨੀ ਜੀ 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 ਜੀ। ਸੋ ਇਹਦਾ ਮਤਲਬ ਇਹ ਵੀ ਉਸੇ ਕਿਸਮ ਦਾ ਇੱਕ ਜਿਵੇਂ ਕਲਕੱਤੇ ਦੇ ਵਿੱਚ ਬਲੈਕ ਹਾਦਸਾ ਹਾਲ ਹੈ, ਇਹ ਵੀ ਉਸੇ ਤਰ੍ਹਾਂ ਦਾ ਹੀ ਇੱਕ ਫਿਰ ਬਣ ਸਕਦਾ ਹੈਗਾ, ਉਦਾਂ ਦੀ ਇੱਕ ਘਟਨਾ ਜਿਹੜੀ ਵਾਪਰੀ ਇਵੈਂਟ ਆ ਜੀ।
ਇਸ ਦੇ ਵਿੱਚ 200 ਜਾਂ 150 ਜਾਂ 250 ਹੁਣ ਪਹਿਲਾਂ ਤਾਂ ਨੰਬਰ ਐਗਜ਼ੈਕਟ ਕਿੰਨਾ ਹਾਂਜੀ ਹਾਂਜੀ ਨੰਬਰ ਕੰਗਾਰਾਂ ਤੋਂ ਤਾਂ ਐਗਜ਼ੈਕਟ ਐਸਟੈਬਲਿਸ਼ ਨਹੀਂ ਨਾ ਹੋਣਾ ਜੀ ਉਹ ਕਹਿੰਦਾ 280 ਆ ਜਿਹੜਾ ਸੁਰਿੰਦਰ ਕੋਚਰ ਕਹਿੰਦਾ 280 ਜਾਂ 82 ਬੰਦੇ ਆ ਜੀ ਕੰਗਾਰ ਤਾਂ ਮਤਲਬ ਜਾਂ ਜਿਹੜੀਆਂ ਖੋਪੜੀਆਂ ਉਹ ਤਾਂ ਘੱਟ ਮਿਲੀਆਂ ਹਾਂਜੀ ਉਹ ਸਾਰਾ ਜਿਹੜਾ ਐਗਜ਼ੈਕਟ ਨੰਬਰ ਕਿੰਨੇ ਬੰਦੇ ਕਿੱਥੋਂ ਭੱਜੇ ਕਿੱਥੇ ਗਏ ਕਿਸ ਤਰ੍ਹਾਂ ਉਹ ਸਾਰੇ ਹਾਦਸਾ ਹੋਇਆ ਕਿ ਉਹਨਾਂ ਨੇ ਵੀ ਕੋਈ ਕੀਤੀ ਵਾਇਲੈਂਸ ਅਗੇਂਸਟ ਵਾਇਲੈਂਸ ਹੋਈ ਜਾਂ ਵਾਟਐਵਰ ਜੀ ਜੀ ਮੈਨੂੰ ਉਸ ਗੱਲ ਦਾ ਕੋਈ ਪਤਾ ਨਹੀਂ ਉਹ ਬੰਦਾ ਨੂੰ ਇਹ ਚਾਹੀਦਾ ਮਿਹਨਤ ਕਰਕੇ ਸਿਰ ਸਿੱਟ ਕੇ ਇਹਨਾਂ ਦਾ ਐਵੀਡੈਂਸ ਲੱਭੇ ਨੈਸ਼ਨਲ ਆਰਕਾਈਵ ਚੋਂ ਲੱਭੇ ਬ੍ਰਿਟਿਸ਼ ਮਿਊਜ਼ੀਅਮ ਚੋਂ ਲੱਭੇ 5 7 10 ਸਾਲ ਲਾ ਕੇ ਉਸ ਤੋਂ ਬਾਅਦ ਇਹ ਇੱਕ ਡਾਕੂਮੈਂਟ ਤਿਆਰ ਹੋਵੇ ਇਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਤੁਸੀਂ ਜਾ ਕੇ ਉੱਥੇ ਸਟੇਟਮੈਂਟ ਦੇ ਦਿੱਤੀ ਕਿਸੇ ਯਾਨੀ ਅਖਬਾਰ ਨੂੰ ਆਪਣੀ ਫੋਟੋ ਲਗਵਾ ਲਈ ਤੇ ਅਖਬਾਰ ਦੇ ਕਹਿਣ ਦੇ ਨਾਲ ਹੀ ਮਤਲਬ ਹਿਸਟਰੀ ਰੀਕਨਸਟਰਕਟ ਹੋ ਗਈ ਜੀ ਜਿਹੜਾ ਹਿਸਟਰੀ ਦਾ ਕੰਮ ਆ ਉਹ ਹੋਰ ਚੀਜ਼ ਆ ਜਰਨਲਿਜ਼ਮ ਕੋਈ ਹੋਰ ਚੀਜ਼ ਆ ਜਰਨਲਿਜ਼ਮ ਦੀ ਲਾਈਫ ਸਿਰਫ 8-10 ਘੰਟੇ ਹੁੰਦੀ ਹੈ ਜੀ 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 ਉਸ ਤੋਂ ਬਾਅਦ ਉਹ ਵੈਪੋਰੇਟ ਹੋ ਜਾਂਦਾ ਹੈ ਕਿਉਂਕਿ ਅਗਲੀ ਇਵੈਂਟ ਜਿਹੜੀ ਆ ਅਗਲੇ ਦਿਨ ਦੀ ਇਵੈਂਟ ਓਵਰਟੇਕ ਕਰ ਲੈਂਦੀ ਹੈ ਪਿਛਲੀ ਇਵੈਂਟ ਨੂੰ ਜੀ 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 ਇਹ ਜਰਨਲਿਜ਼ਮ ਲੈਵਲ ਦੇ ਉੱਤੇ ਇਹ ਚੀਜ਼ ਥੋੜੀ ਦੇਰ ਚੱਲੇਗੀ ਉਸ ਤੋਂ ਬਾਅਦ ਖਤਮ ਹੋ ਜਾਏਗੀ ਜੀ ਜੀ ਉਹ ਚਾਹੀਦਾ ਸੁਰਿੰਦਰ ਕੋਚਰ ਜੀ ਨੂੰ ਜਾਂ ਉਹਨਾਂ ਦੇ ਨਾਲ ਜਿਹੜੇ ਬੰਦੇ ਲੱਗੇ ਆ 10 ਸਾਲ 8 ਸਾਲ 5 ਸਾਲ ਲਾਉਣ ਸਿਰ ਸਿੱਟ ਕੇ ਦੁਨੀਆ ਤੋਂ ਆਪਣੇ ਆਪ ਨੂੰ ਅਲੂਫ ਕਰ ਲੈਣ ਜਰਨਲਿਜ਼ਮ ਤੋਂ ਆਪਣੇ ਆਪ ਨੂੰ ਅਲੂਫ ਕਰਕੇ ਇੱਕ ਡਾਕੂਮੈਂਟ ਤਿਆਰ ਕਰ ਪਰ ਇੱਕ ਗੱਲ ਤਾਂ ਡਾਕਟਰ ਸਾਹਿਬ ਨਿੱਗਰ ਐਵੀਡੈਂਸ ਹੋਵੇ ਜੀ ਪਰ ਡਾਕਟਰ ਸਾਹਿਬ ਅਸੀਂ ਇੱਕ ਗੱਲ ਤਾਂ ਮੰਨਾਂਗੇ ਕਿ ਇਹ ਸੁਰਿੰਦਰ ਕੋਛੜ ਦੀ ਪਹਿਲ ਦੇ ਕਰਕੇ ਇਹ ਮਾਮਲਾ ਉਜਾਗਰ ਹੋਇਆ ਘੱਟੋ ਘੱਟ ਇਸ ਗੱਲ ਦਾ ਤਾਂ ਕ੍ਰੈਡਿਟ ਅਸੀਂ ਦੇ ਸਕਦੇ ਨਹੀਂ ਉਹ ਤਾਂ ਠੀਕ ਹੈ ਉਹ ਤਾਂ ਮੈਂ ਨਹੀਂ ਕਹਿੰਦਾ ਵੀ ਉਹ ਨਹੀਂ ਬੰਦੇ ਤਾਂ ਡੈਫੀਨਿਟਲੀ ਮਰੇ ਆ ਜੇ ਉਹਨਾਂ ਦੇ ਕੰਗਾਰ ਮਿਲੇ ਜੀ ਆਦਮੀ ਇੰਨਾ ਇੰਪਰੂਵਮੈਂਟ ਤਾਂ ਨਹੀਂ ਹੋ ਸਕਦਾ ਕਿਸੇ ਵੀ ਲੈਵਲ ਦੇ ਉੱਤੇ ਬਿਲਕੁਲ ਉਹ ਇੱਕ ਹਿਊਮਨ ਟ੍ਰੈਜੇਡੀ ਤਾਂ ਹੈ ਨਾ ਬਿਲਕੁਲ ਬਹੁਤ ਵੱਡੀ ਹੈ ਉਸ ਹਿਊਮਨ ਟ੍ਰੈਜੇਡੀ ਨੂੰ ਤੁਸੀਂ ਡਿਸਿਫਰ ਕਰਨਾ ਜੀ ਬਿਲਕੁਲ ਇੱਕ ਤਾਂ ਹਿਊਮਨ ਟ੍ਰੈਜੇਡੀ ਹੈ ਇੱਕ ਐਂਗਲੋ ਸਿੱਖ ਵਾਰ ਦਾ ਐਂਗਲ ਹੈ ਉਹਨਾਂ ਦਾ ਰੁਤਬਾ ਕੀ ਹੈ ਉਹ ਜਿਹੜੇ ਸਿਪਾਹੀ ਜਿਹੜੇ ਲੜੇ ਸੀ ਸਿੱਖਾਂ ਦੇ ਖਿਲਾਫ ਲੜੇ ਬਾਅਦ ਵਿੱਚ ਉਹ ਅੰਗਰੇਜ਼ਾਂ ਦੇ ਨਾਲ ਸੀ ਸੋ ਇਹਦੇ ਵਿੱਚ ਕਈ ਚੀਜ਼ਾਂ ਜੁੜੀਆਂ ਹੋਈਆਂ ਸੋ ਜੀ ਪਹਿਲਾਂ ਤਾਂ ਇਹ ਦੱਸੋ ਵੀ ਇਹ ਵਾਰ ਆਫ ਇੰਡੀਪੈਂਡੈਂਸ ਉਹਨੂੰ ਡਿਫਾਈਨ ਕਰੋ ਬਿਲਕੁਲ ਅਸੀਂ ਉਹਨਾਂ ਨੂੰ ਵਾਰ ਆਫ ਇੰਡੀਪੈਂਡੈਂਸ ਲਈ ਉਹਨਾਂ ਨੇ ਦੇ ਲੇਡ ਡਾਊਨ देयर ਲਾਈਵਸ ਫॉर दैट ਦੇ ਵਰ ਦਾ ਮਾਰਟਰਸ ਜੀ ਜੀ ਜੇ ਉਹਨਾਂ ਨੇ ਮਿੱਟੀ ਚ ਇਨਵੋਲਵ ਕੀਤਾ ਆਪਣੇ ਆਪ ਨੂੰ ਫਿਰ ਉਹਨਾਂ ਨੂੰ ਜੋ ਵਿਚਾਰਿਆਂ ਦਾ ਹਸ਼ਰ ਹੋਇਆ ਮਤਲਬ ਇਟ ਇਜ਼ ਅ ਟ੍ਰੈਜੇਡੀ ਆਫ ਕੋਰਸ ਆਫ ਫਰਮ ਆਲ ਬਿਲਕੁਲ ਔਰ ਸਭ ਤੋਂ ਵੱਡੀ ਗੱਲ ਹੈ ਡਾਕਟਰ ਸਾਹਿਬ ਜੀ ਕਿਉਂਕਿ ਸਿੱਖ ਇਤਿਹਾਸ ਵਿੱਚ ਵੀ ਸ਼ਹੀਦ ਦਾ ਰੁਤਬਾ ਉਸ ਨੂੰ ਦਿੱਤਾ ਜਾਂਦਾ ਜਿਹੜਾ ਧਰਮ ਦੀ ਖਾਤਰ ਸ਼ਹਾਦਤ ਦਿੰਦਾ ਹੈ ਸੋ ਸਾਡੇ ਕੋਲ ਡਾਕਟਰ ਗੰਡਾ ਸਿੰਘ ਜੀ ਦਾ ਉਹ ਟਰੈਕਟ ਮੌਜੂਦ ਹੈ ਅਸੀਂ ਜੇ ਕਿਸੇ ਨੂੰ ਚਾਹੀਦਾ ਸਾਨੂੰ ਈਮੇਲ ਕਰੇ lamba@getpunjabi.tv ਤੇ ਤੁਹਾਡਾ ਵੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ठीक है अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान